ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ SMC ਗੁਰਮਤਿ ਕਲਾਸ USA, ਜੋ ਆਨਲਾਈਨ ਕਲਾਸ ਆ, ਆਪ ਸਾਰਿਆਂ ਨੂੰ ਉਸ ਕਲਾਸ ਵਿੱਚ ਅੱਜ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ ਐਸੇ ਸ਼ਬਦ ਹਨ ਜਿਹੜੇ ਔਖੇ ਹਨ, ਜਾਂ ਜਿਨ੍ਹਾਂ ਦੀ ਸ਼ਬਦਾਵਲੀ ਔਖੀ ਹੈ, ਜਾਂ ਜਿਨ੍ਹਾਂ ਦੇ ਭਾਵ ਬੜੇ ਡੂੰਘੇ ਹਨ, ਜਿਨ੍ਹਾਂ ਨੂੰ ਸਮਝਣ ਵਿੱਚ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ, ਉਹਨਾਂ ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਭਗਤ ਬਾਣੀ ਵਿੱਚੋਂ ਭਗਤ ਕਬੀਰ ਜੀ ਦਾ ਜੋ ਸ਼ਬਦ ਆਪ ਜੀ ਦੀ ਸਕਰੀਨ ਤੇ ਡਿਸਪਲੇ ਹੈ, ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ, ਅੱਲਾ ਅव्वल दीन को साहिब जोर नहीं फरमावे, काजी बोलिया बन नहीं आवे ਰਹਾਓ। ਤੋ ਇਹ ਸ਼ਬਦ ਦੀ ਵਿਚਾਰ ਅੱਜ ਅਸੀਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ, ਕਿਉਂਕਿ ਸਾਰੀ ਸ਼ਬਦਾਵਲੀ ਅੱਗੇ ਇਸਲਾਮ ਮਤ ਨਾਲ ਸੰਬੰਧਿਤ ਹੈ। ਤੋ ਇੱਥੋਂ ਗੱਲ ਸਪਸ਼ਟ ਹੁੰਦੀ ਹੈ ਕੋਈ ਭਗਤ ਜੀ ਦੀ ਕੋਈ ਵਿਚਾਰ ਚਰਚਾ ਕਿਸੇ ਕਾਜੀ ਨਾਲ ਜਾਂ ਹੋਰ ਕਿਸੇ ਨਾਲ ਹੋ ਰਹੀ ਹੈ, ਜਿਸ ਕਰਕੇ ਸ਼ਬਦਾਵਲੀ ਵਰਤੀ ਗਈ ਹੈ। ਤੋ ਇਹ ਵਿਚਾਰ ਸਾਰੀ ਵੀਰ ਨਛੱਤਰ ਸਿੰਘ ਜੀ ਸਾਡੇ ਨਾਲ ਸਾਂਝੀ ਕਰ ਰਹੇ ਹਨ, ਜੋ ਹੁਸ਼ਿਆਰਪੁਰ ਤੋਂ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਨਛੱਤਰ ਸਿੰਘ ਜੀ ਨੂੰ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ। ਵੀਰ ਨਛੱਤਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਵਾਹਿਗੁਰੂ ਸਾਹਿਬ ਜੀਓ ਆਸਾ, ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ, ਅੱਲਾ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ, ਕਾਜੀ ਬੋਲਿਆ ਬਨ ਨਹੀਂ ਆਵੈ, ਰਹਾਉ ਰੋਜਾ ਧਰੇ ਨਿਵਾਜ ਗੁਜਾਰੈ, ਕਲਮਾ ਭਿਸਤ ਨਾ ਹੋਈ, ਸਤਰ ਕਾਬਾ ਘਟ ਹੀ ਭੀਤਰ, ਜੇ ਕਰ ਜਾਣੈ ਕੋਈ, ਨਿਵਾਜ ਸੋਈ ਜੋ ਨਿਆਉ ਵਿਚਾਰੈ, ਕਲਮਾ ਅਕਲਹਿ ਜਾਣੈ, ਪੰਚੋ ਮੁਸ ਮੁਸਲਾ ਵਿਛਾਵੈ, ਤਬ ਤੋ ਦੀਨ ਪਛਾਣੈ, ਖਸਮ ਪਛਾਣ ਤਰਸ ਕਰ ਜੀ ਮਹਿ, ਮਾਰਮਣੀ ਕਰ ਫੀਕੀ, ਆਪ ਜਨਾਏ ਅਵਰ ਕੋ ਜਾਣੈ, ਤਬ ਹੋਏ ਭਿਸਤ ਸ਼ਰੀਕੀ, ਮਾਟੀ ਏਕ ਭੇਖ ਧਰ ਨਾਨਾ, ਤਾ ਮੈਂ ਬ੍ਰਹਮ ਪਛਾਨਾ, ਕਹਿ ਕਬੀਰਾ ਭਿਸਤ ਛੋੜ ਕਰ, ਦੋਜਕ ਸਿਉ ਮਨ ਮਾਨਾ, ਮਾਟੀ ਏਕ ਭੇਖ ਧਰ ਨਾਨਾ, ਤਾ ਮੈਂ ਬ੍ਰਹਮ ਪਛਾਨਾ, ਕਹਿ ਕਬੀਰਾ ਭਿਸਤ ਛੋੜ ਕਰ, ਦੋਜਕ ਸਿਉ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਭਗਤ ਕਬੀਰ ਜੀ ਦਾ ਆਸਾ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 480 ਦੇ ਉੱਤੇ ਸੁਭਾਈਮਾਨ ਹੈ। ਇਸ ਪਾਵਨ ਬਚਨ ਦੇ ਅੰਦਰ
ਭਗਤ ਕਬੀਰ ਜੀ ਦੀ ਗੱਲ ਇੱਕ ਮੁਸਲਮਾਨ ਧਰਮ ਦੇ ਆਗੂ ਕਾਜੀ ਦੇ ਨਾਲ ਹੋ ਰਹੀ ਹੈ, ਜਾਂ ਦੂਜੇ ਸ਼ਬਦਾਂ ਵਿੱਚ ਇੰਝ ਕਹਿ ਲਈਏ, ਭਗਤ ਕਬੀਰ ਜੀ ਉਸ ਵਕਤ ਮੁਸਲਮਾਨ ਧਰਮ ਦੇ ਵਿੱਚ ਇੱਕ ਅਹੁਦਾ ਕਾਜੀ, ਉਹਨੂੰ ਸੰਬੋਧਨ ਕਰਕੇ ਇਹ ਸਾਰੀ ਗੱਲਬਾਤ ਸਮਝਾਉਣਾ ਕਰਦੇ ਪਏ ਨੇ। ਭਗਤ ਕਬੀਰ ਜੀ ਕਾਜੀ ਨੂੰ ਆਖਦੇ ਨੇ, ਕਾਜੀ ਬੋਲਿਆ ਬਨ ਨਹੀਂ ਆਵੈ, ਐ ਕਾਜੀ ਤੇਰਾ ਬੋਲਿਆ ਜਿਹੜਾ ਹੈ ਉਹ ਫੱਬਦਾ ਨਹੀਂ ਹੈ, ਤੇਰੀਆਂ ਗੱਲਾਂ ਜਿਹੜੀਆਂ ਨੇ ਉਹ ਫੱਬਦੀਆਂ ਨਹੀਂ ਹੈ। ਹੁਣ ਕਾਜੀ ਕੀ ਬੋਲਦਾ ਹੈ, ਕਾਜੀ ਕੀ ਕਰਦਾ ਹੈ, ਇਸ ਨੂੰ ਸਮਝਣ ਤੋਂ ਪਹਿਲਾਂ ਕਾਜੀ ਕੀ ਹੈ, ਇਸ ਸੰਬੰਧ ਵਿੱਚ ਜਾਣਨਾ ਬੜਾ ਜ਼ਰੂਰੀ ਹੈ। ਗੁਰੂ ਗ੍ਰੰਥ ਵਿਸ਼ਵਕੋਸ਼ ਰਤਨ ਸਿੰਘ ਜੱਗੀ ਜੀ ਆਪਣੇ ਪੁਸਤਕ ਦੇ ਵਿੱਚ ਲਿਖਦੇ ਨੇ, ਕਾਜੀ ਉਹ ਮਨੁੱਖ ਹੈ ਜੋ ਨਿਆਂ ਕਰਨ ਜਾਂ ਝਗੜਾ ਨਿਬੇੜਨ ਵਾਲਾ ਵਿਅਕਤੀ ਹੈ। ਇਸਲਾਮਕ ਧਰਮ ਮਰਿਆਦਾ ਅਨੁਸਾਰ ਉਸ ਨੂੰ ਕਾਜੀ ਆਖਿਆ ਜਾਂਦਾ ਹੈ, ਜਿਹੜਾ ਨਿਆਂ ਕਰਦਾ ਹੈ, ਜਿਹੜਾ ਝਗੜਾ ਨਿਬੇੜਦਾ ਹੈ। ਇਸ ਦੇ ਸ਼ਬਦਾਰਥ ਅਰਥ ਜਿਹੜੇ ਨੇ ਉਹ ਹੈ ਫੈਸਲਾ ਕਰਨ ਵਾਲਾ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਭ ਤੋਂ ਪਹਿਲਾਂ ਜੋ ਮੁਸਲਮਾਨ ਧਰਮ ਦੇ ਵਿੱਚ ਨਿਆਂ ਕਰਨ ਵਾਲੇ ਸਨ ਉਹ ਖਲੀਫੇ ਸਨ। ਔਰ ਇੱਥੇ ਗੱਲ ਇਹ ਵੀ ਚਿੱਤੇ ਰੱਖਣੀ, ਮੁਹੰਮਦ ਸਾਹਿਬ ਤੋਂ ਬਾਅਦ, ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਰਸੂਲ ਨਹੀਂ ਮੰਨਦੇ ਮੁਸਲਮਾਨ। ਉਹ ਇੱਕੋ ਇੱਕ ਪਰਮੇਸ਼ਰ ਦਾ ਰਸੂਲ ਮੰਨਦੇ ਨੇ। ਉਹਨਾਂ ਤੋਂ ਬਾਅਦ ਜਿਹੜੇ ਨੇ ਹੋਏ ਨੇ, ਜਿਹੜੇ ਧਰਮ ਦੀ ਅਗਵਾਈ ਕਰਨ ਵਾਲੇ ਸਨ, ਉਹਨਾਂ ਨੂੰ ਖਲੀਫਿਆਂ ਦਾ ਦਰਜਾ ਮਿਲਿਆ। ਖਿਲਾਫਤ ਕਰਨ ਵਾਲੇ, ਉਹਨਾਂ ਨੂੰ ਖਲੀਫੇ ਆਖਿਆ ਜਾਂਦਾ ਸੀ। ਔਰ ਸਭ ਤੋਂ ਪਹਿਲੇ ਜਿਹੜੇ ਖਲੀਫੇ ਸਨ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਦੇਹਾਂਤ ਹੋਇਆ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਿਹੜੇ ਸਭ ਤੋਂ ਪਹਿਲੇ ਖਲੀਫੇ ਸਨ, ਉਹਨਾਂ ਦਾ ਨਾਮ ਸੀ ਅਬੂ ਬਕਰ। ਅਬੂ ਬਕਰ ਜਿਨ੍ਹਾਂ ਨੇ ਕੁਰਾਨ ਮਜੀਦ ਦੀਆਂ ਆਇਤਾਂ ਨੂੰ ਲਿਖਵਾਇਆ ਸੀ ਤੇ ਕੁਰਾਨ ਮਜੀਦ ਧਰਮ ਗ੍ਰੰਥ ਜਿਹੜਾ ਸੀ ਉਹ ਹੋਂਦ ਦੇ ਵਿੱਚ ਆਇਆ। ਇਹ ਹਜ਼ਰਤ ਮੁਹੰਮਦ ਸਾਹਿਬ ਦੇ ਜਾਣ ਤੋਂ ਬਾਅਦ ਲਗਭਗ 200 ਸਾਲ ਬਾਅਦ ਇਹ ਅਬੂ ਬਕਰ ਦੀ ਜਿਹੜੀ ਸੀ ਮਿਹਨਤ, ਉਸ ਮਿਹਨਤ ਦੇ ਸਦਕਾ ਜਿਹੜਾ ਸੀ ਇਹ ਕੁਰਾਨ ਮਜੀਦ ਹੋਂਦ ਦੇ ਵਿੱਚ ਆਇਆ ਸੀ। ਅਬੂ ਬਕਰ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ ਆਇਸ਼ਾ ਦਾ ਪਿਤਾ ਸੀ, ਅਤੇ ਇਸ ਤੋਂ ਬਾਅਦ ਜਿਹੜਾ ਦੂਸਰਾ ਖਲੀਫਾ ਸੀ ਉਹ ਸੀ ਹਜ਼ਰਤ ਉਮਰ। ਹਜ਼ਰਤ ਉਮਰ ਜਿਹੜਾ ਸੀਗਾ ਉਹ ਅਬੂ ਬਕਰ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਦੂਸਰੇ ਖਲੀਫੇ ਬਣੇ ਨੇ। ਤੇ ਹਜ਼ਰਤ ਉਮਰ ਨੇ ਸਭ ਤੋਂ ਪਹਿਲਾਂ, ਕਿਉਂਕਿ ਇਸਲਾਮ ਜਿਹੜਾ ਰਾਜ ਸੀ, ਇਸਲਾਮ ਧਰਮ ਸੀ, ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਫੈਲਿਆ, ਵਧਿਆ, ਤੇ ਇਸ ਰਾਜ ਦੇ ਵਿਸਥਾਰ ਨੂੰ ਸਹੀ ਢੰਗ ਦੇ ਨਾਲ ਚਲਾਉਣ ਵਾਸਤੇ ਹਜ਼ਰਤ ਉਮਰ ਨੇ, ਜਿਨ੍ਹਾਂ ਦੀ ਜੀਵਨ ਕਾਲ ਜਿਹੜਾ ਹੈ, ਜਾਂ ਦੂਜੇ ਸ਼ਬਦਾਂ ਵਿੱਚ ਇੰਝ ਕਹਿ ਲਓ ਖਲੀਫੇ ਬਣਨ ਦਾ ਸਮਾਂ ਹੈ, ਉਹ 634 ਤੋਂ ਲੈ ਕੇ 644 ਈਸਵੀ ਤੱਕ 10 ਸਾਲ ਦਾ ਹੈ। ਹਜ਼ਰਤ ਉਮਰ ਨੇ ਉਸ ਰਾਜ ਪ੍ਰਬੰਧ, ਰਾਜ ਦੇ ਵਿਸਥਾਰ ਨੂੰ ਸਹੀ ਢੰਗ ਦੇ ਨਾਲ ਚਲਾਉਣ ਵਾਸਤੇ ਕੁਝ ਕਾਜੀ ਜਿਹੜੇ ਸਨ ਉਹ ਨਿਯੁਕਤ ਕੀਤੇ, ਜਿਹੜੇ ਨਿਆਂ ਅਧਿਕਾਰੀ ਹੋਇਆ ਕਰਦੇ ਸਨ। ਇਹ ਕਾਜੀ ਇਸਲਾਮੀ ਰਾਜ ਦੇ ਵਿੱਚ ਨਿਆਂ ਭਾਗ ਦਾ ਮੁੱਖ ਅਧਿਕਾਰੀ ਹੋਇਆ ਕਰਦੇ ਸਨ। ਆਰੰਭ ਵਿੱਚ ਨਿਆਂ ਭਾਗ ਦੀ ਦੇਖ ਰੇਖ ਖਲੀਫੇ ਦੇ ਅਧੀਨ ਹੀ ਹੋਇਆ ਕਰਦਾ ਸੀ, ਜੋ ਪੂਰੇ ਇਸਲਾਮ ਰਾਜ ਦਾ ਹਾਕਮ ਹੁੰਦਾ ਸੀ। ਹਜ਼ਰਤ ਉਮਰ ਨੇ ਇਹਨਾਂ ਨੂੰ ਨਿਯੁਕਤ ਕੀਤਾ ਕਿਉਂਕਿ ਰਾਜ ਦਾ ਪਸਾਰਾ ਜਿਹੜਾ ਸੀ ਉਹ ਵਧਿਆ ਤੇ ਉਸ ਨੂੰ ਸੰਭਾਲਣਾ ਬੜਾ ਔਖਾ ਸੀ। ਉਸ ਤੋਂ ਬਾਅਦ ਜਿਹੜਾ ਸੀ ਹਜ਼ਰਤ ਉਮਰ ਨੇ ਆਦੇਸ਼ ਦੇ ਕਰਕੇ ਕਾਜ਼ੀਆਂ ਨੂੰ ਇਸ ਪ੍ਰਬੰਧ ਦੇ ਵਿੱਚ ਲੈ ਕੇ ਆਂਦਾ ਤੇ ਉਹਨਾਂ ਨੂੰ ਕੁਝ ਉਦੇਸ਼ ਜਿਹੜੇ ਸਨ, ਉਹਨਾਂ ਨੂੰ ਜਿਹੜਾ ਗਾਈਡਲਾਈਨ ਦਿੱਤੀ ਗਈ, ਦੂਜੇ ਸ਼ਬਦਾਂ ਵਿੱਚ ਇੰਝ ਕਹਿ ਲਓ, ਉਹਨਾਂ ਦੇ ਵਿੱਚ ਕਾਜ਼ੀਆਂ ਨੂੰ ਇਹ ਗੱਲ ਕਿਹਾ ਗਿਆ ਉਸ ਪੱਤਰ ਦੇ ਵਿੱਚ ਵੀ ਕਾਜ਼ੀ ਜਿਹੜਾ ਹੈ ਉਹ ਬਚਨ ਦੀ ਪਾਲਣਾ ਕਰੇਗਾ, ਨਿਆਂ ਦਾ ਨਿਰਾਦਰ ਨਹੀਂ ਕਰੇਗਾ, ਤੀਸਰੀ ਗੱਲ ਪੱਖਪਾਤ ਨਹੀਂ ਕਰੇਗਾ,
ਚੌਥੀ ਗੱਲ ਸੀ ਵੀ ਸ਼ਕਤੀਹੀਣ ਲੋਕਾਂ ਨੂੰ ਸਹਾਰਾ ਦੇਣ ਦੇ ਉੱਤੇ ਜ਼ੋਰ ਦਿੱਤਾ ਜਾਏਗਾ। ਕਾਜੀ ਲਈ ਇਹ ਆਦੇਸ਼ ਸੀ ਵੀ ਉਹ ਦੰਡ ਦੇਣ ਦੇ ਪਿੱਛੋਂ ਜੇ ਕਿਸੇ ਮਨੁੱਖ ਨੂੰ, ਦੋ ਮਨੁੱਖਾਂ ਦੇ ਵਿੱਚ ਝਗੜਾ ਹੋ ਜਾਂਦਾ, ਕਿਉਂਕਿ ਕਾਜੀ ਦਾ ਕੰਮ ਸੀ ਵੀ ਨਿਬੇੜਨਾ, ਉਹਨਾਂ ਦੇ ਵਿੱਚ ਸੁਲ੍ਹਾ ਸਫਾਈ ਕਰਨੀ ਤੇ ਜਿਹੜਾ ਦੋਸ਼ੀ ਸੀ ਉਹਨੂੰ ਸਜ਼ਾ ਦੇਣੀ। ਤੇ ਨਾਲ ਇਹ ਵੀ ਆਖਿਆ ਗਿਆ ਵੀ ਜੇ ਕਿਸੇ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਦੋਸ਼ੀ ਦੇਣ ਦੇ ਕਰਾਰ ਤੋਂ ਬਾਅਦ ਵੀ ਉਸ ਉੱਪਰ ਠੰਡੇ ਦਿਲ ਦੇ ਨਾਲ ਵਿਚਾਰ ਕਰਨਾ, ਤੇ ਜੇ ਇਨਸਾਫ ਲੱਗਦਾ ਹੋਵੇ ਵੀ ਮੈਂ ਗਲਤ ਕਰ ਲਿਆ ਤੇ ਉਸ ਵਕਤ ਉਸ ਗੱਲ ਨੂੰ ਸੰਕੋਚ ਕਰਨਾ, ਭਾਵ ਆਪਣੇ ਫੈਸਲੇ ਨੂੰ ਜਿਹੜਾ ਸੀ ਉਹ ਰੱਦ ਕਰ ਲੈਣਾ। ਤੇ ਖਿਆਲ ਕਰਨਾ ਖਲੀਫਿਆਂ ਤੋਂ ਬਾਅਦ ਇਹ ਕਾਜੀ ਜਿਹੜੇ ਸਨ ਇਹ ਦੂਜੇ ਨੰਬਰ ਦੇ ਉੱਤੇ ਸਨ। ਉਂਝ ਖਲੀਫੇ ਮਹੱਤਵਪੂਰਨ ਫੈਸਲੇ ਉਹ ਆਪ ਹੀ ਕਰਦੇ ਸਨ। ਮੁਹੰਮਦ ਸਾਹਿਬ ਰਸੂਲ ਸਨ, ਉਹਨਾਂ ਤੋਂ ਬਾਅਦ ਖਲੀਫੇ ਮਹੱਤਵਪੂਰਨ ਜਿਹੜੇ ਕੰਮ ਜਿਹੜੇ ਕਰਦੇ ਸਨ ਉਹ ਆਪ ਕਰਿਆ ਕਰਦੇ ਸਨ। ਤੇ ਹੌਲੀ ਹੌਲੀ ਇਹ ਕੰਮ ਵੱਧਦਾ ਇਹ ਸਭ ਕਾਜ਼ੀਆਂ ਨੇ ਜਿਹੜਾ ਸੀ ਉਹ ਸੰਭਾਲ ਲਿਆ। ਤੇ ਕਾਜ਼ੀਆਂ ਨੇ ਸੰਭਾਲਦਿਆਂ ਇਹਨਾਂ ਦੇ ਵਿੱਚ ਕੁਝ ਜਿਹੜਾ ਸੀ ਉਹ ਗਿਰਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ। ਗਿਰਾਵਟਾਂ ਇਸ ਤਰ੍ਹਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਕਾਜੀ ਜਿਹੜੇ ਸਨ ਉਹ ਪੈਸੇ ਦੇ ਲਾਲਚ ਦੇ ਕਾਰਨ ਆਪਣੇ ਜੀਵਨ ਦੇ ਅੰਦਰ ਫੈਸਲੇ ਗਲਤ ਜਿਹੜੇ ਸਨ ਉਹ ਕਰਨ ਲੱਗ ਪਏ, ਹੁਕਮਰਾਨਾਂ ਨੂੰ ਖੁਸ਼ ਕਰਨ ਵਾਸਤੇ। ਤੇ ਦੂਜੇ ਪਾਸੇ ਆਪਣੀ ਵਧੀ ਹੋਈ ਲਾਲਸਾ ਪੈਸੇ ਦੀ, ਉਸ ਨੂੰ ਪੂਰਤੀ ਦੇ ਵਾਸਤੇ ਉਹਨਾਂ ਨੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਔਰ ਇੱਥੇ ਇੱਕ ਗੱਲ ਯਾਦ ਰੱਖਿਓ, ਹਰੇਕ ਧਰਮ ਦੇ ਅੰਦਰ ਕੋਈ ਵੀ ਵਿਧਾਨ ਸ਼ੁਰੂ ਹੁੰਦਾ ਹੈ, ਜਿਵੇਂ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇ ਦੇਵਾਂ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਜਿਹੜੀ ਸੀ ਉਹ ਆਰੰਭ ਕੀਤੀ ਸੀ। ਔਰ ਇਹ ਮਸੰਦ ਪ੍ਰਥਾ ਗੁਰੂ ਅਰਜਨ ਸਾਹਿਬ ਜੀ ਤੱਕ ਹੀ ਪਹੁੰਚਦਿਆਂ ਇਹ ਕਰਪਟ ਹੋ ਗਿਆ ਸਨ ਮਸੰਦ। ਤੇ ਅਖੀਰ ਗੁਰੂ ਕਲਗੀਧਰ ਮਹਾਰਾਜ ਨੂੰ ਇਹ ਪ੍ਰਥਾ ਜਿਹੜੀ ਸੀ ਉਹ ਬੰਦ ਕਰਨੀ ਪਈ ਤੇ ਗੁਰੂ ਕੇ ਸਿੱਖਾਂ ਨੂੰ ਆਪਣਾ ਸੰਬੰਧ ਜਿਹੜਾ ਸੀ ਉਹ ਸਿੱਧਾ ਹੀ ਗੁਰੂ ਦੇ ਨਾਲ ਜੋੜਨ ਵਾਸਤੇ ਖਾਲਸਾ ਜਿਹੜਾ ਸੀ ਉਹ ਸਾਜਿਆ ਗਿਆ ਸੀ। ਹਰੇਕ ਕੰਮ ਜਿਹੜਾ ਹੈ ਉਹ ਕਿਸੇ ਚੰਗੇ ਲਈ ਹੁੰਦਾ ਹੈ, ਪਰੰਤੂ ਹੌਲੀ ਹੌਲੀ ਸਮਾਂ ਪਾ ਕੇ ਉਹਦੇ ਵਿੱਚ ਬੁਰਾਈਆਂ ਪੈਦਾ ਹੋ ਜਾਂਦੀਆਂ ਨੇ ਤੇ ਉਹ ਬੁਰਾਈ ਦੇ ਰਾਹ ਦੇ ਉੱਤੇ ਜਿਹੜੇ ਨੇ ਉਹ ਚੱਲ ਪੈਂਦੇ ਨੇ। ਕਾਜ਼ੀਆਂ ਦਾ ਹਾਲਾਤ ਵੀ ਇਹੋ ਜਿਹੀ ਹੋਈ। ਪਹਿਲ ਇਹ ਜਿਹੜੇ ਸਨ ਜੋ ਨਿਆਂ ਕਰਦੇ ਸਨ ਬਹੁਤ ਵਧੀਆ ਢੰਗ ਦੇ ਨਾਲ ਕਰਦੇ ਸਨ। ਹੌਲੀ ਹੌਲੀ ਹੁਕਮਰਾਨਾਂ ਨੂੰ ਖੁਸ਼ ਕਰਨ ਵਾਸਤੇ, ਆਪਣੇ ਪੈਸੇ ਧਨ ਦੀ ਵਧੀ ਹੋਈ ਲਾਲਸਾ ਨੂੰ ਪੂਰੀਆਂ ਕਰਨ ਵਾਸਤੇ ਇਹਨਾਂ ਨੇ ਗਲਤ ਕੰਮ ਜਿਹੜੇ ਸਨ ਉਹ ਸ਼ੁਰੂ ਕਰ ਦਿੱਤੇ। ਭਗਤ ਕਬੀਰ ਜੀ ਹੀ ਇੱਕ ਸੱਚਾ ਕਾਜੀ ਕਿਹੋ ਜਿਹਾ ਹੈ ਉਹਦਾ ਜ਼ਿਕਰ ਪਾਵਨ ਬਾਣੀ ਦੇ ਵਿੱਚ ਕਾਜੀ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਕਾਜੀ ਸੋਚੋ ਕਾਇਆ ਵਿਚਾਰੇ। ਕਾਜੀ ਅਸਲ ਦੇ ਵਿੱਚ ਉਹ ਹੈ ਜੋ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ। ਕਾਇਆ ਕੀ ਅਗਨ ਬ੍ਰਹਮ ਪਰ ਜਾਰੇ, ਸਰੀਰ ਦੇ ਵਿੱਚ ਬ੍ਰਹਮ ਦੀ ਜੋਤ ਉਹਨੂੰ ਜਗਾਉਂਦਾ ਹੈ। ਬ੍ਰਹਮ ਪਰ ਜਾਰੇ, ਪ੍ਰਭੂ ਦੀ ਜੋਤ ਨੂੰ ਰੋਸ਼ਨ ਕਰਦਾ ਹੈ ਇਸ ਸਰੀਰ ਦੇ ਅੰਦਰ। ਜਿਹੜਾ ਪਰਮਾਤਮਾ ਇਸ ਹਿਰਦੇ ਘਰ ਵਿੱਚ ਬੈਠਾ ਹੋਇਆ ਉਹਨੂੰ ਮਹਿਸੂਸ ਕਰਦਾ ਹੈ। ਤੇ ਨਾਲ ਫਿਰ ਕਾਜੀ ਸੁਪਨੇ ਬਿੰਦ ਨਾ ਦੇਈ ਝਰਨਾ, ਉਹ ਕਾਜੀ ਅਸਲ ਦੇ ਵਿੱਚ ਹੈ ਜਿਹੜਾ ਸੁਪਨੇ ਦੇ ਵਿੱਚ ਦੀ ਕਾਮ ਵਾਸਨਾ ਦੇ ਵਿੱਚ ਫਸਦਾ ਨਹੀਂ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਤਿਸ ਕਾਜੀ ਕੋ ਜਰਾ ਨਾ ਮਰਨਾ। ਜਿਹੜਾ ਕਾਜੀ ਆਪਣੇ ਕਾਇਆ ਦੀ ਵਿਚਾਰ ਕਰਦਾ ਹੈ, ਦੂਸਰੀ ਗੱਲ ਸਰੀਰ ਦੇ ਵਿੱਚ ਪ੍ਰਭੂ ਦੀ ਜੋਤ ਨੂੰ ਰੋਸ਼ਨ ਕਰਦਾ ਹੈ, ਤੀਸਰਾ ਸੁਪਨੇ ਦੇ ਵਿੱਚ ਵੀ ਵਾਸ਼ਨਾ ਦੇ ਵਿੱਚ, ਕਾਮ ਵਾਸ਼ਨਾ ਦੇ ਵਿੱਚ ਨਹੀਂ ਫਸਦਾ। ਭਗਤ ਕਬੀਰ ਜੀ ਕਹਿਣ ਲੱਗੇ ਵੀ ਉਹ ਕਾਜੀ ਨੂੰ ਮੌਤ ਤੇ ਬੁਢੇਪੇ ਦਾ ਡਰ ਨਹੀਂ ਜੇ ਸਤਾਉਂਦਾ। ਨਹੀਂ ਤੇ ਦੁਨੀਆ ਦੇ ਅੰਦਰ ਦੋ ਹੀ ਇਹ ਕੰਮ ਨੇ, ਇੱਕ ਮੌਤ ਤੇ ਦੂਜਾ ਬੁਢੇਪਾ। ਇਹ ਤੋਂ ਮਨੁੱਖ ਬਹੁਤ ਡਰਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਤਿਸ ਕਾਜੀ ਕੋ ਜਰਾ, ਜਰਾ ਦਾ ਮਤਲਬ ਹੁੰਦਾ ਬੁਢੇਪਾ, ਮਰਨਾ, ਮੌਤ, ਇਹ ਦੋਨਾਂ ਦਾ ਡਰ ਜਿਹੜਾ ਹੈ ਉਹ ਉਸ ਕਾਜੀ ਨੂੰ ਨਹੀਂ ਲੱਗਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਮਾਰੂ ਰਾਗ ਦੇ ਅੰਦਰ ਵੀ ਇਹੋ ਜਿਹਾ ਖਿਆਲ ਸਾਡੇ ਸਨਮੁਖ ਰੱਖਦੇ ਨੇ। ਭਾਵੇਂ ਕਿ ਇਹ ਪਾਵਨ ਬਚਨ ਕੁਝ ਲੰਬਾ ਹੈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਅੱਲਾ ਅਗੰਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਐ ਅੱਲਾ ਦੇ ਬੰਦੇ, ਇਹ ਅਗੰਮ ਜਿੱਥੇ ਤੱਕ ਮਨੁੱਖ ਦੀ ਪਹੁੰਚ ਨਹੀਂ ਹੁੰਦੀ, ਪਰਮੇਸ਼ਰ
ਐ ਅਗੰਮ ਪਰਮੇਸ਼ਰ ਦੇ ਬੰਦੇ, ਖੁਦਾ ਦੇ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਤੂੰ ਦੁਨੀਆ ਦੇ ਝੰਬੇਲੇ, ਦੁਨੀਆ ਕੇ ਧੰਦੇ ਭਾਵ ਦੁਨੀਆ ਦਾ ਜਿਹੜਾ ਝੰਬੇਲਾ ਹੈ ਉਹਦਾ ਖਿਆਲ ਜਿਹੜਾ ਹੈ ਉਹ ਛੱਡ ਦੇ। ਹੋਏ ਪੈ ਖਾਕ ਫਕੀਰ ਮੁਸਾਫਿਰ ਇਹ ਦਰਵੇਸ਼ ਕਬੂਲ ਦਰਾ। ਤੂੰ ਨਿਮਾਣਾ ਹੋ ਜਾ, ਖਾਕ ਦਾ ਮਤਲਬ ਨਿਮਾਣਾ ਹੋ ਜਾ। ਫਕੀਰ ਦੇ ਭਾਵ ਨਿਮਰਤਾ ਦੇ ਵਿੱਚ, ਮੁਸਾਫਿਰ ਭਾਵ ਉਹਨਾਂ ਦੀ ਖਾਕ ਪੈਰਾਂ ਦੀ ਹੋਣ ਦਾ ਮਤਲਬ ਨਿਮਰਤਾ ਦੇ ਵਿੱਚ ਹੈ। ਇਹ ਦਰਵੇਸ਼ ਕਬੂਲ ਕਰਾ। ਜੇ ਤੂੰ ਆਪਣੇ ਜੀਵਨ ਦੇ ਅੰਦਰ ਨਿਮਰਤਾ ਲੈ ਆਵੇਂਗਾ, ਫਿਰ ਅਸਲ ਦੇ ਵਿੱਚ ਤੂੰ ਦਰਵੇਸ਼ ਕਬੂਲ ਦਰਾ, ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋਏਗਾ। ਸੱਚ ਨਿਵਾਜ ਯਕੀਨ ਮੁਸੱਲਾ। ਤੂੰ ਪਰਮੇਸ਼ਰ ਦੇ ਨਾਲ ਜੁੜ ਜਾ, ਉਹੀ ਅਸਲ ਦੇ ਵਿੱਚ ਤੇਰੀ ਨਵਾਜ਼ ਹੋਵੇਗੀ। ਪਰਮੇਸ਼ਰ ਦੇ ਉੱਤੇ ਯਕੀਨ ਕਰਨਾ ਸ਼ੁਰੂ ਕਰ ਦੇ, ਉਹ ਮੁਸੱਲਾ ਹੋਵੇਗਾ। ਅੱਗੇ ਵੀ ਮੁਸੱਲੇ ਦਾ ਵਿਚਾਰ ਆਏਗੀ, ਆਪਾਂ ਖੁੱਲ ਕੇ ਕਰਾਂਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਮਨਸਾ ਮਾਰ ਨਿਵਾਰੋ ਆਸਾ। ਮਨ ਦੇ ਫੁਰਨੇ, ਮਨਸਾ ਦਾ ਮਤਲਬ ਮਨ ਦੇ ਫੁਰਨੇ ਜਿਹੜੇ ਨੇ ਉਹਨਾਂ ਨੂੰ ਮਾਰ ਲੈ। ਨਿਵਾਰੋ ਆਸਾ, ਆਪਣੇ ਆਸਾਂ ਨੂੰ ਪੂਰੀਆਂ ਕਰ। ਦੇਹ ਮਸੀਤ, ਆਪਣੀ ਦੇਹ ਨੂੰ ਮਸੀਤ ਬਣਾ। ਮਨ ਮੌਲਾਨਾ, ਇਹਦੇ ਵਿੱਚ ਮਸੀਤ ਵਿੱਚ ਕਿਉਂਕਿ ਮੁੱਲਾ ਹੁੰਦਾ ਹੈ, ਕਾਜੀ ਹੁੰਦਾ ਹੈ, ਕਹਿਣ ਲੱਗੇ ਦੇਹ ਨੂੰ ਮਸੀਤ ਬਣਾ ਲੈ ਤੇ ਮਨ ਨੂੰ ਮੌਲਾਨਾ ਬਣਾ ਲੈ, ਕਾਜੀ ਬਣਾ ਲੈ। ਕਲਮ ਖੁਦਾਈ ਪਾਕ ਖਰਾ। ਉਸ ਕਲਮਾਂ ਜਿਹੜੀਆਂ ਨੇ ਉਹ ਪਰਮੇਸ਼ਰ ਦੀਆਂ ਸਿਫਤੀਆਂ ਤੇ ਪਵਿੱਤਰ ਤੈਨੂੰ ਕਰ ਦੇਵਣਗੀਆਂ। ਸਰਾ ਸ਼ਰੀਅਤ ਲੈ ਕਮਾਵੋ, ਤਰੀਕਤ ਤਰਕ ਖੋਜ ਟਲਾਵੋ। ਮਨ ਨੂੰ ਪਵਿੱਤਰ ਕਰਨ ਦਾ ਤਰੀਕਾ ਜਿਹੜਾ ਹੈ ਉਹ ਖੋਜ। ਮਾਰ ਫਤ ਮਨ ਮਾਰੋ ਅਬਦਾਨਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕਹਿਣ ਲੱਗੇ ਮਨ ਨੂੰ ਗਿਆਨ ਦੇ ਨਾਲ ਪ੍ਰਵੇਸ਼ ਕਰ ਲੈ, ਮਿਲੋ ਹਕੀਕਤ, ਮਾਲਕ ਹਕੀਕਤ ਪਰਮੇਸ਼ਰ ਦੇ ਨਾਲ ਜੁੜ ਜਾ। ਜਿਤ ਫਿਰ ਨਾ ਮਰਾ, ਫਿਰ ਤੂੰ ਵਿਕਾਰਾਂ ਵੱਲੋਂ ਨਹੀਂ ਮਰੇਗਾ। ਕੁਰਾਨ ਕਤੇਬ ਦਿਲ ਮਾਹੀ ਕਮਾਈ, 10 ਔਰਾਤ ਰਾਖੋ ਬਦ ਰਾਹੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਸ ਦਿਲ ਦੇ ਵਿੱਚ ਕੁਰਾਨ ਕਤੇਬ, ਧਰਮਕ ਪੁਸਤਕਾਂ ਜਿਹੜੀਆਂ ਨੇ ਉਹਦੀ ਕਮਾਈ ਕਰ। ਇਸ 10 ਇੰਦਰੀਆਂ ਨੂੰ ਭੈੜੇ ਰਸਤੇ ਤੋਂ ਬਚਾ ਲੈ। 10 ਔਰਾਤ, 10 ਇੰਦਰੀਆਂ, ਰੱਖੋ ਬਦਰਾਹੀ, ਬਦਰਾਹੀ ਭੈੜੇ ਰਸਤੇ ਤੋਂ ਇਹਨੂੰ ਰੱਖ ਲੈ। 5 ਮਰਦ ਸਿਦਕ ਲੈ ਬਾਂਧੋ, ਖੈਰ ਸਬੂਰੀ ਕਬੂਲ ਪਰਾ। 5 ਮਰਦ, ਪੰਜ ਵਿਕਾਰ ਜਿਹੜੇ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖ। ਤੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੱਕਾ ਮਿਹਰ ਰੋਜਾ ਪੈ ਖਾਕਾ। ਸਭ ਦੇ ਪੈਰਾਂ ਦੀ ਖਾਕ, ਪੈ ਖਾਕਾ ਭਾਵ ਸਭ ਦੇ ਪੈਰਾਂ ਦੀ ਖਾਕ ਬਣ ਜਾ। ਇਹ ਤੇਰੇ ਵਾਸਤੇ ਮੱਕਾ ਹੋਵੇਗਾ, ਭਾਵ ਨਿਮਰਤਾ ਦੇ ਵਿੱਚ ਆ ਜਾ। ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ। ਪੀਰ ਲਫ਼ਜ਼ ਭਾਵ ਆਪਣੇ ਗੁਰੂ ਦੇ ਉੱਤੇ ਭਰੋਸਾ, ਅੱਲਾ ਦੇ ਉੱਤੇ ਭਰੋਸਾ ਕਰ। ਇਹ ਤੇਰੇ ਵਾਸਤੇ ਬਿਹਸ਼ਤ ਹੋਵੇਗੀ। ਗੁਰੂ ਦੇ ਬਚਨ ਦੇ ਉੱਤੇ ਪੂਰਾ ਯਕੀਨ ਕਰਕੇ ਤੁਰ ਪਾ, ਇਹੀ ਅਸਲ ਦੇ ਵਿੱਚ ਤੇਰੀ ਬਿਹਸ਼ਤ ਹੈ। ਹੂਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲਾ ਆਲਾ ਹੁਜਰਾ। ਸੱਚ ਕਮਾਵੇ ਸੋਈ ਕਾਜੀ, ਜੋ ਦਿਲ ਸੋਚਦੇ ਸੋਈ ਕਾਜੀ ਹਾਜੀ। ਸਤਿਗੁਰੂ ਮਹਾਰਾਜ ਹੁਣ ਇੱਥੇ ਕਹਿੰਦੇ ਨੇ ਵੀ ਉਹੀ ਅਸਲ ਦੇ ਵਿੱਚ ਕਾਜੀ ਆ, ਜਿਹਦਾ ਜ਼ਿਕਰ ਪਹਿਲੇ 5 ਬੰਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕੀਤਾ। ਵੀ ਜਿਹੜਾ ਆ ਕੁਝ ਕਾਜੀ ਕਰਦਾ ਹੈ ਉਹ ਅਸਲ ਦੇ ਵਿੱਚ ਉਹ ਕਾਜੀ ਹੈ। ਸੱਚ ਕਮਾਵੇ ਸੋਈ ਕਾਜੀ, ਪਰਮੇਸ਼ਰ ਦੇ ਨਾਲ ਜੁੜਿਆ ਹੋਇਆ। ਜੋ ਦਿਲ ਸੋਧੇ, ਜਿਹੜੇ ਦਿਲ ਨੂੰ ਸੋਧ ਲੈਂਦਾ, ਉਹੀ ਅਸਲ ਦੇ ਵਿੱਚ ਹਾਜੀ ਹੈ। ਸੋ ਮੁੱਲਾ ਮਲ ਆਉਣ ਨਵਾਰੇ, ਸੋ ਦਰਵੇਸ਼ ਜਿਤ ਸਬਤ ਧਰਾ। ਜਿਹੜਾ ਮਨੁੱਖ ਵਿਕਾਰਾਂ ਨੂੰ ਦੂਰ ਕਰਦਾ ਹੈ, ਮਲ ਆਉਣ ਦਾ ਮਤਲਬ ਵਿਕਾਰ, ਵਿਕਾਰਾਂ ਨੂੰ ਦੂਰ ਕਰਦਾ ਹੈ, ਸੋ ਦਰਵੇਸ਼ ਉਹੀ ਅਸਲ ਦੇ ਵਿੱਚ ਫਕੀਰ ਹੈ। ਜਿਸ ਸਿਫਤ ਧਰਾ, ਜਿਹੜਾ ਖੁਦਾ ਦੀ ਸਿਫਤ ਕਰਦਾ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਾਜੀ ਦੀ ਜਿਹੜੀ ਹੈ ਉਹ ਪਰਿਭਾਸ਼ਾ ਦਿੱਤੀ ਹੈ। ਪਹਿਲਾਂ ਭਗਤ ਕਬੀਰ ਜੀ ਨੇ ਦਿੱਤੀ, ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤੀ, ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਕਾਜੀ ਦੀ ਜਿਹੜੀ ਹੈ ਉਦਾਹਰਨ ਦਿੰਦੇ ਆ ਵੀ ਕਾਜੀ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸ਼੍ਰੀ ਰਾਗ ਦੇ ਅੰਦਰ, ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੇ ਨਾਮ ਖੁਦਾਈ। ਤੂੰ ਮੁੱਲਾ ਤੇ ਕਾਜੀ ਤਾਈਓ ਹੈ ਜੇ ਪਰਮੇਸ਼ਰ ਖੁਦਾ ਦੇ ਨਾਮ ਨੂੰ ਜਾਣਦਾ ਹੈ। ਜੇ ਬਹੁ ਤੇਰਾ ਪੜ੍ਹਿਆ ਹੋਵੇ, ਕੋ ਰਹੇ ਨਾ ਭਰੀਏ ਪਾਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਜਿਤਨਾ ਮਰਜ਼ੀ ਹੋਰ ਪੁਸਤਕਾਂ ਪੜ੍ਹ ਲੈ, ਪਰ ਜਦੋਂ ਤੇਰੇ ਜੀਵਨ ਦੀ ਪਣ ਡੁੱਬੀ ਡੁੱਬ ਗਈ ਨਾ, ਕੋ ਰਹੇ ਨਾ ਭਰੀਏ ਪਾਈ,
ਪਾਈ ਦਾ ਮਤਲਬ ਪਣ ਡੁੱਬੀ ਜੇ ਭਰ ਗਈ ਤੇ ਤੈਨੂੰ ਜਾਣਾ ਹੀ ਪੈਣਾ ਇਸ ਸੰਸਾਰ ਦੇ ਵਿੱਚੋਂ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹੀ ਕਾਜੀ ਆ ਜਿਹਨੇ ਆਪ ਤਜਿਆ, ਆਪਣਾ ਹੰਕਾਰ ਤਜ ਦਿੱਤਾ। ਇੱਕ ਨਾਮ ਕੀਆ ਆਧਾਰੋ, ਇੱਕ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਮੰਨ ਲਿਆ। ਹੈਪੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਜਿਹਨੂੰ ਯਕੀਨ ਹੋ ਗਿਆ ਉਸ ਮਾਲਕ ਦੇ ਉੱਤੇ ਵੀ ਉਹ ਮਾਲਕ ਹੈਪੀ ਹੋਸੀ ਆਉਣ ਵਾਲੇ ਸਮੇਂ ਦੇ ਵਿੱਚ, ਤੇ ਉਹ ਕਦੀ ਜਾਂਦਾ ਨਹੀਂ ਹੈ ਤੇ ਸਦਾ ਹੀ ਸੱਚਾ ਹੈ, ਸਿਰਜਣਹਾਰ ਹੈ। ਤੇ ਨਾਲ ਉਹ ਕਾਜੀ 5 ਵਕਤ ਨਿਵਾਜ ਗੁਜ਼ਾਰੇ, ਪੜ੍ਹੇ ਕਤੇਬ ਕੁਰਾਨਾ, ਨਾਨਕ ਆਖੇ ਗੂਰ ਸਦਈ, ਰਹਿਓ ਪੀਣਾ ਖਾਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ 5 ਵਕਤ ਨਿਵਾਜ ਗੁਜ਼ਾਰੇ, ਜਿਹੜਾ 5 ਵਕਤ ਦੀ ਨਿਵਾਜ ਗੁਜ਼ਾਰਦਾ ਤੇ ਕਤੇਬਾਂ ਕੁਰਾਨਾਂ ਨੂੰ ਪੜ੍ਹਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਮੌਤ ਦਾ ਸੱਦਾ ਆ ਜਾਂਦਾ ਹੈ ਤੇ ਇੱਥੇ ਹੀ ਸਾਰਾ ਕੁਝ ਖਾਣਾ ਪੀਣਾ ਜਿਹੜਾ ਹੈ ਉਹ ਰਹਿ ਜਾਂਦਾ ਹੈ। ਅਸਲ ਦੇ ਵਿੱਚ ਕਾਜੀ ਨੂੰ ਸਤਿਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਵੀ ਤੂੰ ਮਾਲਕ ਪਰਮੇਸ਼ਰ ਨੂੰ ਜੀਵਨ ਦਾ ਆਧਾਰ ਬਣਾ ਲੈ। ਜੇ ਜੀਵਨ ਦਾ ਆਧਾਰ ਬਣਾ ਲਏਗਾ ਤੇ ਫਿਰ ਹੀ ਤੇਰੇ ਜੀਵਨ ਦੇ ਅੰਦਰ ਤੂੰ ਮਾਲਕ ਦੇ ਨਾਲ ਜੁੜ ਜਾਏਗਾ। ਗੌੜੀ ਰਾਗ ਦੇ ਅੰਦਰ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਜੀ ਸ਼ੇਖ ਭੇਖ ਫਕੀਰਾ, ਵੱਡੇ ਕਹਾਵੇ ਹਉਮੈ ਤਨ ਪੀਰਾ, ਕਾਲ ਨਾ ਛੋੜੈ ਸਤਿਗੁਰ ਕੀ ਧੀਰਾ। ਸਤਿਗੁਰੂ ਮਹਾਰਾਜ ਕਾਜੀ ਨੂੰ ਕਹਿੰਦੇ ਨੇ ਕਿਉਂਕਿ ਕਾਜੀ ਹੰਕਾਰ ਦੇ ਵਿੱਚ ਆਇਆ ਹੋਇਆ। ਇਸ ਪਾਵਨ ਬਚਨ ਜੋ ਅੱਜ ਅਸੀਂ ਵਿਚਾਰ ਰਹੇ ਹਾਂ ਉਹਦੇ ਵਿੱਚ ਅੱਗੇ ਆ ਕੇ ਗੱਲ ਇਹ ਆਉਣੀ ਹੈ ਵੀ ਕਾਜੀ ਜਿਹੜਾ ਸੀ ਉਹ ਹਕੂਮਤ ਦੇ ਹੰਕਾਰ ਦੇ ਵਿੱਚ ਆ ਕੇ ਫੈਸਲੇ ਕਰਿਆ ਕਰਦਾ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਕਾਜੀ ਤੇ ਉਹ ਹੈ, ਕਾਜੀ ਸ਼ੇਖ ਭੇਖ ਫਕੀਰਾ, ਜਿਹੜਾ ਆਪਣਾ ਭੇਖ ਫਕੀਰਾ ਨਿਮਰਤਾ ਵਾਲਾ ਹੋਵੇ। ਵੱਡੇ ਕਹਾਵੇ ਹਉਮੈ ਤਨ ਪੀੜਾ, ਜੇ ਉਹ ਵੱਡਾ ਕਹਾਉਂਦਾ ਹੈ ਤੇ ਹਉਮੈ ਦੇ ਵਿੱਚ ਉਹਦਾ ਤਨ ਜਿਹੜਾ ਹੈ ਉਹ ਦੁਖੀ ਹੁੰਦਾ, ਪੀੜ ਹੁੰਦਾ ਹੈ। ਕਾਲ ਨਾ ਛੋੜੈ ਸਤਿਗੁਰ ਕੀ ਧੀਰਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਪਰਮੇਸ਼ਰ ਸਤਿਗੁਰ ਦੇ ਸਹਾਰੇ ਤੋਂ ਬਿਨਾ ਕਾਲ ਨਾ ਛੋੜੈ। ਮੌਤ ਜਿਹੜੀ ਹੈ ਉਹ ਛੱਡਦੀ ਨਹੀਂ ਹੈ। ਭਾਵ ਜੇ ਮੌਤ ਦਾ ਡਰ ਆਪਣੇ ਅੰਦਰੋਂ ਕੱਢਣਾ ਹੈ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਸਤਿਗੁਰੂ ਦਾ ਸਹਾਰਾ ਜਿਹੜਾ ਹੈ ਉਹ ਲੈਣਾ ਪਏਗਾ, ਸਤਿਗੁਰੂ ਦੇ ਬੋਲਾਂ ਦਾ ਸਹਾਰਾ ਲੈਣਾ ਪਏਗਾ। ਸਤਿਗੁਰੂ ਮਹਾਰਾਜ ਇਹ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਤੇ ਨਾਲ ਇਹ ਵੀ ਕਹਿੰਦੇ ਨੇ ਵੀ ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਂਦੇ, ਪਿਸਤ ਦੋਜਕ ਕਿਨ ਪਾਈ। ਕਿਉਂਕਿ ਕਾਜੀ ਜਿਹੜਾ ਸੀ ਨਾ ਉਹ ਸਵਰਗ ਤੇ ਨਰਕ ਤੇ ਮੁਸਲਮਾਨਾਂ ਦੇ ਵਿੱਚ ਪਿਸਤ ਤੇ ਦੋਜਕ ਉਹਦਾ ਡਰ ਦੇ ਕੇ ਜਿਹੜਾ ਸੀ ਉਹ ਡਰਾਉਂਦਾ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਂਦੇ, ਪਿਸਤ ਦੋਜਕ ਕਿਨ ਪਾਈ, ਕਾਜੀ ਤੈ ਕਵਨ ਕਤੇਬ ਬਖਾਨੀ। ਕਿਉਂਕਿ ਕਾਜੀ ਜਿਹੜਾ ਸੀ ਨਾ ਉਹ ਜਦੋਂ ਕੋਈ ਉਹਨੂੰ ਪੁੱਛਦਾ ਸੀ ਤੇ ਉਹ ਆਪਣੀਆਂ ਧਰਮ ਪੁਸਤਕਾਂ ਨੂੰ ਖੋਲ ਕਰਕੇ ਤੇ ਪੜ੍ਹ ਕੇ ਸੁਣਾ ਦਿੰਦਾ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੜਤ ਗੁਣਤ ਐਸੇ ਸਭ ਮਾਰੇ, ਕਿਹਨੂੰ ਖਬਰ ਨਾ ਜਾਣੀ। ਇਹਨੂੰ ਕਿਸੇ ਨੂੰ ਖਬਰ ਵੀ ਨਹੀਂ ਹੁੰਦੀ ਵੀ ਇਹੋ ਜਿਹੇ ਜਿਹੜੇ ਲੋਕ ਕੇਵਲ ਧਰਮ ਪੁਸਤਕਾਂ ਦੇ ਵਿੱਚੋਂ ਆਪਣੇ ਮਨ ਮਰਜ਼ੀ ਦਾ ਗੱਲ ਸੁਣਾ ਕੇ ਲੋਕਾਂ ਨੂੰ ਡਰਾ ਦਿੰਦੇ ਨੇ, ਇਹੋ ਜਿਹੇ ਪੜਨ ਵਾਲੇ ਕਿਹੜੇ ਨੇ ਉਹ ਸੰਸਾਰ ਦੇ ਵਿੱਚੋਂ ਚਲੇ ਗਏ ਤੇ ਕਿਸੇ ਨੂੰ ਉਹਦੀ ਖਬਰ ਵੀ ਨਹੀਂ ਹੈ। ਕਾਜੀ ਦੇ ਸੰਬੰਧ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹਦਾ ਆਪਾਂ ਅਕਸਰ ਕੋਟ ਕਰਦੇ ਹਾਂ ਪਾਵਨ ਬਚਨ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਸ ਵਕਤ ਹਾਲਾਤ ਕੀ ਸੀ ਕਾਜੀ ਦੇ। ਕਾਜੀ ਪਰੰਪਰਾ ਆਰੰਭ ਹੋਈ ਹੈ, ਪਰ ਹੌਲੀ ਹੌਲੀ ਜਿਹੜੀ ਮੈਂ ਆਰੰਭ ਦੇ ਵਿੱਚ ਗੱਲ ਕੀਤੀ ਸੀ ਕਿ ਬਾਅਦ ਵਿੱਚ ਇਤਨੇ ਕੁ ਕਰਪਟ ਹੋ ਗਏ ਤੇ ਉਹਨਾਂ ਦਾ ਹਾਲਾਤ ਕੀ ਹੋ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ ਵੀ ਕਾਦੀ ਕੂੜ ਬੋਲ ਮਲ ਖਾਏ। ਅਕਸਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਇਹ ਤੁਕਾਂ ਕੋਡ ਕਰਦੇ ਨੇ ਵੀ ਉਸ ਵਕਤ ਧਰਮ ਦੇ 3 ਆਗੂ ਸਨ, ਕਾਜੀ, ਬ੍ਰਾਹਮਣ ਤੇ ਜੋਗੀ। ਉਹਨਾਂ ਦਾ ਸਤਿਗੁਰੂ ਮਹਾਰਾਜ ਨੇ ਇੱਥੇ ਖੁਲਾਸਾ ਕੀਤਾ ਹੈ ਵੀ ਕਾਦੀ ਕੂੜ ਬੋਲ ਮਲ ਖਾਏ। ਕੂੜ ਦਾ ਮਤਲਬ ਝੂਠ ਬੋਲ ਕੇ ਖਾਂਦਾ ਸੀ। ਬ੍ਰਾਹਮਣ ਨਾਵੇ ਜੀਆਂ ਘਾਈ, ਬ੍ਰਾਹਮਣ
ਸ਼ੂਦਰਾਂ ਨੂੰ ਧਰਕਾਰ ਕੇ ਉਹਨਾਂ ਨੂੰ ਪੈਰਾਂ ਥੱਲੇ ਲਿਤਾੜ ਕੇ ਘਾਉਂਦਾ ਸੀ, ਲੁੱਟਦਾ ਸੀ। ਜੋਗੀ ਜੁਗਤ ਨਾ ਜਾਣੇ ਅੰਧ, ਜੋਗੀ ਨੂੰ ਜੁਗਤ ਨਹੀਂ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਨੇ ਉਜਾੜੇ ਕਾ ਬੰਦ, ਇਹ ਤਿੰਨੇ ਹੀ ਜਿਹੜੇ ਸਨ ਉਜਾੜ ਦਾ ਕਾਰਨ ਬਣ ਰਹੇ ਸਨ। ਫਿਰ ਸਤਿਗੁਰੂ ਮਹਾਰਾਜ ਇਸੇ ਪਾਵਨ ਬਚਨ ਵਿੱਚ ਕਹਿੰਦੇ ਨੇ ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਇੱਕੋ ਜਾਣੇ, ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸਾਦੀ ਜੀਵਤ ਮਰੇ। ਅਸਲ ਵਿੱਚ ਕਾਜੀ ਉਹ ਹੈ ਜੋ ਸੁਰਤ ਨੂੰ ਹਰਾਮ ਦੇ ਮਾਲ ਭਾਵ ਜਿਹਨੂੰ ਰਿਸ਼ਵਤ ਕਹਿੰਦੇ ਨੇ ਉਹਦੇ ਵੱਲ ਮੋੜ ਲੈਂਦਾ ਹੈ। ਕਾਜੀ ਸੋ ਜੋ ਉਲਟੀ ਕਰੇ, ਆਪਣੇ ਮਨ ਨੂੰ ਰਿਸ਼ਵਤ ਵੱਲੋਂ ਮੋੜ ਲੈਂਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਜਿਉਂਦਿਆਂ ਜੀ ਹੀ ਵਿਕਾਰਾਂ ਵੱਲੋਂ ਜਿਹੜਾ ਹੈ ਉਹ ਮਰ ਜਾਂਦਾ ਹੈ। ਸਤਿਗੁਰੂ ਮਹਾਰਾਜ ਨੇ ਕਾਜੀ ਨੂੰ ਜਿਹੜਾ ਹੈ ਉਹ ਵਾਰ-ਵਾਰ ਇਹ ਗੱਲ ਕਹੀ। ਭਗਤ ਕਬੀਰ ਜੀ ਵੀ ਇਸੇ ਕਰਕੇ ਉਸ ਕਾਜੀ ਨੂੰ ਜਿਹੜਾ ਹੈ ਉਹ ਸਾਡੇ ਸਨਮੁਖ ਰੱਖਦੇ ਨੇ ਵੀ ਕਾਜੀ ਜਿਹੜਾ ਹੈ ਉਹ ਆਪਣੇ ਜੀਵਨ ਦੇ ਅੰਦਰ ਗਲਤ ਫੈਸਲੇ ਕਰਦਾ ਸੀ। ਤੇ ਭਗਤ ਕਬੀਰ ਜੀ ਪਹਿਲੇ ਬੰਦ ਵਿੱਚ ਕਹਿੰਦੇ ਨੇ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਸਤਿਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸੀਂ ਤੇ ਆਜਜ਼ ਲੋਕ ਹਾਂ, ਭਾਵ ਨਿਮਾਣੇ ਲੋਕ ਹਾਂ। ਮਸਕੀਨ ਦਾ ਮਤਲਬ ਨਿਮਾਣੇ, ਅਸੀਂ ਤੇ ਨਿਮਾਣੇ ਬੰਦੇ ਹਾਂ। ਤੁਮ ਰਾਜਸ ਮਨ ਭਾਵੈ, ਰਾਜਸ ਦਾ ਮਤਲਬ ਹਕੂਮਤ, ਪਰ ਤੈਨੂੰ ਜਿਹੜੀ ਹੈ ਮਨ ਦੇ ਵਿੱਚ ਹਕੂਮਤ ਚੰਗੀ ਲੱਗਦੀ ਹੈ, ਤੈਨੂੰ ਹਕੂਮਤ ਦੇ ਉੱਤੇ ਮਾਣ ਹੈ। ਤੇ ਯਾਦ ਰੱਖਿਓ ਹਕੂਮਤ ਦੇ ਉੱਤੇ ਮਾਣ ਕਰਕੇ ਫਿਰ ਕਾਜੀ ਕਰਦਾ ਕੀ ਸੀ, ਫੈਸਲੇ ਕਿਵੇਂ ਕਰਦਾ ਸੀ, ਇਹ ਭਗਤ ਕਬੀਰ ਜੀ ਨੂੰ ਆਪਣੇ ਜੀਵਨ ਦੇ ਅੰਦਰ ਇਸ ਗੱਲ ਨੂੰ ਸਹਿਣ ਕਰਨਾ ਪਿਆ, ਜਿਹਦਾ ਜ਼ਿਕਰ ਭਗਤ ਕਬੀਰ ਜੀ ਕਹਿੰਦੇ ਨੇ ਆਏ ਮੇਰੇ ਠਾਕਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਰੇ ਮੁਹਾਬਤ ਤੁਝ ਡਾਰੂ ਕਾਟ, ਇਸੇ ਤਰਾਵੋ ਘਾਲੋ ਸਾਠ। ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਕਾਜੀ ਵਾਰ-ਵਾਰ ਮੁਹਾਬਤ ਨੂੰ ਕਹਿੰਦਾ ਹੈ ਵੀ ਇਸ ਨੂੰ ਅੱਗੇ ਤੋਰ, ਕਿਉਂਕਿ ਭਗਤ ਕਬੀਰ ਜੀ ਨੂੰ ਸਮੇਂ ਦੇ ਹੁਕਮਰਾਨ ਵੱਲੋਂ ਸਜ਼ਾ ਹੋਈ ਤੇ ਪੈਰ ਹੱਥ ਬੰਨ ਕਰਕੇ ਇੱਕ ਗੋਲ ਆਕਾਰ ਦਾ ਬਣਾ ਕਰਕੇ, ਜਿਵੇਂ ਗੇਂਦ ਹੁੰਦੀ ਹੈ ਇਵੇਂ ਦਾ ਬਣਾ ਕਰਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਕਾਜੀ ਜਿਹੜਾ ਹੈ ਬਾਰ-ਬਾਰ ਮੁਹਾਬਤ ਨੂੰ ਕਹਿੰਦਾ ਵੀ ਹਾਥੀ ਨੂੰ ਤੋੜ, ਤੇ ਇਹਨੂੰ ਤੋੜ ਕੇ ਤੇ ਇਸ ਕਬੀਰ ਨੂੰ ਜਿਹੜਾ ਹੈ ਉਹ ਕੁਚਲ ਦੇ। ਰੇ ਮੁਹਾਬਤ ਤੁਝ ਤਾਰੂ ਕਾਟ, ਇਸੇ ਤਰਾਵੋ ਘਾਲੂ ਸਾਠ, ਹਸਤ ਨਾ ਤੁਰੇ ਧਰੇ ਧਿਆਨ, ਵਾਕੀ ਹਿਰਦੇ ਵਸੇ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੁਝੀ ਨਹੀਂ ਕਾਜੀ ਅੰਧਿਆਰੇ। ਭਗਤ ਕਬੀਰ ਜੀ ਇਸ ਪਾਵਨ ਬਚਨ ਦੇ ਵਿੱਚ ਉਹ ਸਾਰਾ ਦ੍ਰਿਸ਼ ਦੱਸਦੇ ਨੇ ਵੀ ਕਿਵੇਂ ਮੈਨੂੰ ਇੱਕ ਪੋਟਲੀ ਦੀ ਤਰ੍ਹਾਂ, ਇੱਕ ਗੇਂਦ ਦੀ ਤਰ੍ਹਾਂ ਗੋਲ ਬਣਾ ਕੇ ਹਾਥੀ ਦੇ ਅੱਗੇ ਸੁੱਟਿਆ ਗਿਆ। ਕਾਜੀ ਨੇ ਫੈਸਲਾ ਸੁਣਾਇਆ ਗਿਆ ਵੀ ਇਹਨੂੰ ਹਾਥੀ ਦੇ ਪੈਰਾਂ ਦੇ ਥੱਲੇ ਦੇਖ ਕੇ ਲੁੱਟ ਦਿੱਤਾ ਜਾਵੇ। ਪਰਤ ਕੇ ਜਦੋਂ ਹਾਥੀ ਕੁਚਲਣ ਵਾਸਤੇ ਤਿਆਰ ਨਾ ਹੋਇਆ, ਸਗੋਂ ਨਮਸਕਾਰ ਕਰਨ ਲੱਗ ਪਿਆ ਉਹ ਹਾਥੀ, ਤੇ ਉਹ ਕਾਜੀ ਹੰਕਾਰ ਦੇ ਵਿੱਚ ਆਇਆ ਹੋਇਆ, ਰਾਜਸੀ ਤਾਕਤ ਦੇ ਨਸ਼ੇ ਦੇ ਵਿੱਚ ਆਇਆ ਹੋਇਆ, ਤੇ ਮੁਹਾਬਤ ਹਾਥੀ ਨੂੰ ਚਲਾਉਣ ਵਾਲੇ ਵਿਅਕਤੀ ਨੂੰ ਵਾਰ-ਵਾਰ ਕਹਿੰਦਾ ਹੈ ਵੀ ਮੈਂ ਤੈਨੂੰ ਸਜ਼ਾ ਦਵਾਂਗਾ ਜੇ ਤੂੰ ਹਾਥੀ ਨੂੰ ਤੋੜ ਕੇ ਇਸ ਕਬੀਰ ਨੂੰ ਹਾਥੀ ਦੇ ਪੈਰਾਂ ਥੱਲੇ ਤਾੜਿਆ ਨਾ। ਭਗਤ ਕਬੀਰ ਜੀ ਕਹਿੰਦੇ ਨੇ ਵਾਰ-ਵਾਰ ਇਹ ਕੋਸ਼ਿਸ਼ ਕੀਤੀ ਗਈ, ਪਰ ਕੁੰਚਰ ਹਾਥੀ ਨੇ ਜਿਹੜਾ ਸੀਗਾ ਉਹ ਮੈਨੂੰ ਨਹੀਂ ਲਤਾੜਿਆ, ਤੇ ਉਸ ਕਾਜੀ ਨੇ ਕਈ ਵਾਰ ਆਪਣੇ ਮਨ ਦੀ ਭੜਾਸ ਜਿਹੜੀ ਹੈ ਉਹ ਕੱਢੀ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਐ ਕਾਜੀ ਤੂੰ ਇਹੋ ਜਿਹੇ ਫੈਸਲੇ ਜਿਹੜੇ ਨੇ ਨਾ ਉਹ ਰਾਜ ਦੇ ਹਕੂਮਤ ਦੇ ਮਾਣ ਕਰਕੇ, ਹਕੂਮਤ ਦੇ ਨਸ਼ੇ ਦੇ ਵਿੱਚ ਆ ਕੇ ਕਰਦਾ ਹਾਂ, ਪਰ ਅਸੀਂ ਜਿਹੜੇ ਹਾਂ ਅਸੀਂ ਤੇ ਆਜਿਜ਼ ਹਾਂ, ਨਿਮਾਣੇ ਹਾਂ। ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ, ਅੱਲਾ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਭਗਤ ਕਬੀਰ ਜੀ ਕਹਿੰਦੇ ਨੇ ਮਜਬ ਦਾ ਸਭ ਤੋਂ ਵੱਡਾ ਮਾਲਕ ਜਿਹੜਾ ਹੈ ਉਹ ਰੱਬ ਹੈ।
ਅੱਲ੍ਹਾ ਅਵਲ, ਅਵਲ ਦਾ ਮਤਲਬ ਪਹਿਲਾ, ਸਭ ਤੋਂ ਵੱਡਾ। ਦੀਨ ਕੋ ਸਾਹਿਬ, ਮਜ਼ਹਬ ਦਾ ਉਹ ਸਭ ਤੋਂ ਵੱਡਾ ਮਾਲਕ ਹੈ। ਰੱਬ ਹੈ, ਉਹ ਕਿਸੇ ਦੇ ਉੱਤੇ ਧੱਕਾ ਕਰਨ ਦੀ ਆਗਿਆ ਨਹੀਂ ਦਿੰਦਾ, ਜ਼ੋਰ ਨਹੀਂ ਫਰਮਾਵੇ। ਜ਼ੋਰ ਦਾ ਮਤਲਬ ਧੱਕਾ, ਉਹ ਕਿਸੇ ਦੇ ਉੱਤੇ ਧੱਕਾ ਨਹੀਂ ਕਰਨ ਦਿੰਦਾ। ਜਿਵੇਂ ਭਗਤ ਕਬੀਰ ਜੀ ਦੇ ਉੱਤੇ ਉਸ ਕਾਜੀ ਨੇ ਹਾਥੀ ਵੱਲੋਂ ਉਹਨਾਂ ਨੂੰ ਪੈਰਾਂ ਦੇ ਥੱਲੇ ਲੁਤਾੜਨ ਦੀ ਕੋਸ਼ਿਸ਼ ਕੀਤੀ, ਪਰ ਉਸ ਪਰਮੇਸ਼ਰ ਨੇ ਜਿਹੜਾ ਹੈ ਉਹ ਧੱਕਾ ਜਿਹੜਾ ਹੈ ਉਹ ਹੋਣ ਨਹੀਂ ਦਿੱਤਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਸ ਵਕਤ ਕਾਜੀ ਦੀ ਹਾਲਾਤ ਕੀ ਹੋ ਗਈ ਸੀ, ਰਾਜਸੀ ਤਾਕਤ ਦੇ ਹੋ ਕੇ ਹਾਲਾਤ ਕੀ ਸੀ ਵੀ, ਕਲ ਕਲਵਾਲੀ ਸਰਾ ਨਵੇੜੀ ਕਾਜੀ ਕ੍ਰਿਸ਼ਨਾ ਹੁਆ। ਜਿਹੜਾ ਕਲਯੁਗ ਇਹੀ ਸੀ, ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਕਾਜੀ ਜਿਹੜਾ ਸੀ ਦਿਲ ਦਾ ਕਾਲਾ ਹੋ ਗਿਆ ਸੀ। ਕ੍ਰਿਸ਼ਨਾ ਇੱਥੇ ਦਾ ਮਤਲਬ ਹੈ ਕਾਲਾ। ਕਾਜੀ ਜਿਹੜਾ ਸੀ ਉਹ ਦਿਲ ਦਾ ਕਾਲਾ ਹੋ ਗਿਆ ਸੀਗਾ। ਤੇ ਹਾਲਾਤ ਕੀ ਸੀ, ਕਾਜੀ ਹੋਏ ਕਿ ਬਹਿ ਨਿਆਏ, ਕਿਉਂਕਿ ਨਿਆਂ ਦਾ ਕੰਮ ਸੀ ਕਾਜੀ ਦਾ। ਮੈਂ ਆਰੰਭ ਦੇ ਵਿੱਚ ਜ਼ਿਕਰ ਕੀਤਾ, ਫੇਰੇ ਤਸਬੀਹ ਕਰੇ ਖੁਦਾਏ, ਲੋਕਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਬੜਾ ਰੱਬ ਦਾ ਭਗਤ ਹਾਂ, ਅੱਲਾ ਦਾ ਮੈਂ ਭਗਤ ਹਾਂ। ਤੇ ਆਪਣੇ ਹੱਥ ਦੇ ਵਿੱਚ ਮਾਲਾ ਫੇੜ ਕੇ ਖੁਦਾ ਖੁਦਾ ਆਖਦਾ ਸੀ। ਵੱਡੀ ਲੈ ਕੇ ਹੱਕ ਗਵਾਏ ਤੇ ਰਿਸ਼ਵਤ ਲੈ ਕੇ ਹੱਕ ਗਵਾ ਦਿੰਦਾ ਸੀ। ਭਾਵ ਜਿਹੜਾ ਕੋਈ ਮਨੁੱਖ ਦੋਸ਼ੀ ਸੀ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਸੀ, ਤੇ ਜਿਹੜਾ ਦੋਸ਼ੀ ਨਹੀਂ ਸੀਗਾ ਉਹਨੂੰ ਸਜ਼ਾ ਦੇ ਦਿੱਤੀ ਜਾਂਦੀ ਸੀ। ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ। ਤੇ ਜੇ ਕੋਈ ਪੁੱਛਦਾ ਸੀ ਅੱਗਿਓਂ ਤੇ ਆਪਣੇ ਧਰਮ ਪੁਸਤਕਾਂ ਨੂੰ ਖੋਲ ਕੇ ਤੇ ਉਹਦੇ ਅਨੁਸਾਰ ਆਪਣੇ ਕੋਲੋਂ ਦੱਸ ਦਿੰਦਾ ਸੀ ਵੀ ਪੁਸਤਕਾਂ ਦੇ ਵਿੱਚ ਤੇ ਆਹ ਕੁਝ ਲਿਖਿਆ ਹੋਇਆ ਹੈ, ਆਹ ਆਇਤ ਜਿਹੜੀ ਹੈ, ਆਹ ਫਰਮਾਨ ਜਿਹੜਾ ਹੈ ਉਹ ਜਾਰੀ ਹੁੰਦਾ ਹੈ ਆਇਤ ਦਾ। ਇਸ ਤਰ੍ਹਾਂ ਕਾਜੀ ਜਿਹੜਾ ਸੀ ਧਰਮ ਪੁਸਤਕਾਂ ਦਾ ਸਹਾਰਾ ਲੈ ਕੇ ਵੀ ਉਹ ਲੋਕਾਂ ਦੇ ਉੱਤੇ ਧੱਕਾ ਕਰਦਾ ਸੀ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਮਾਲਕ ਕਿਸੇ ਦੇ ਉੱਤੇ ਧੱਕਾ ਨਹੀਂ ਹੋਣ ਦਿੰਦਾ। ਫਿਰ ਭਗਤ ਕਬੀਰ ਜੀ ਨੇ ਦੂਸਰੇ ਬੰਦ ਦੇ ਵਿੱਚ, ਰਹਾਉ ਵਾਲਾ ਬੰਦ ਆਪਾਂ ਵਿਚਾਰ ਲਿਆ, ਕਾਜੀ ਬੋਲਿਆ ਬਨ ਨਹੀਂ ਆਵੇ ਰਹਾਉ, ਇਹ ਕਾਜੀ ਤੇਰਾ ਬੋਲਿਆ ਫੱਬਦਾ ਨਹੀਂ ਹੈ, ਇਹ ਤੈਨੂੰ ਸ਼ੋਭਾ ਜਿਹੜਾ ਹੈ ਉਹ ਨਹੀਂ ਜੇ ਦਿੰਦਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਅੱਗੇ ਦੂਸਰੇ ਬੰਦ ਦੇ ਵਿੱਚ, ਰੋਜਾ ਧਰੇ ਨਿਵਾਜ ਗੁਜਾਰੇ, ਕਲਮਾ ਵਿਸਤ ਨਾ ਹੋਈ। ਭਗਤ ਕਬੀਰ ਜੀ ਕਹਿੰਦੇ ਨੇ ਰੋਜਾ ਰੱਖਿਆ, ਰੋਜਾ ਧਰੇ, ਰੋਜਾ ਰੱਖਿਆ, ਨਿਵਾਜ ਗੁਜ਼ਾਰੇ, ਨਿਵਾਜ ਪੜ੍ਹਿਆ, ਤੇ ਨਾਲ ਕਹਿੰਦੇ ਨੇ ਕਲਮਾ ਭਿਸਤ ਨਾ ਹੋਈ। ਕਲਮਾ ਪੜ੍ਹਨ ਦੇ ਨਾਲ ਤੈਨੂੰ ਸਵਰਗ ਨਹੀਂ ਮਿਲਣਾ। ਭਿਸਤ ਸਵਰਗ, ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਹਿੰਦੂਆਂ ਦੇ ਵਿੱਚ ਸਵਰਗ ਤੇ ਨਰਕ ਹੈ, ਤੇ ਮੁਸਲਮਾਨਾਂ ਦੇ ਵਿੱਚ ਦੋਜਕ ਤੇ ਭਿਸਤ ਹੈ। ਭਿਸਤ ਸਵਰਗ ਹੈ, ਦੋਜਕ ਨਰਕ ਹੈ। ਤੇ ਭਗਤ ਕਬੀਰ ਜੀ ਕਹਿੰਦੇ ਕਲਮਾ ਭਿਸਤ ਨਾ ਹੋਈ, ਰੋਜਾ ਰੱਖਿਆ, ਨਿਵਾਜ ਗੁਜ਼ਾਰਿਆ ਤੇ ਕਲਮਾਂ ਨੂੰ ਪੜ੍ਹਿਆ, ਭਿਸਤ ਨਹੀਂ ਮਿਲ ਜਾਂਦਾ। ਕਿਉਂ ਨਹੀਂ ਮਿਲ ਜਾਂਦਾ? ਕਿਉਂਕਿ ਜੇ ਦਿਲ ਤੇਰਾ ਸਾਫ਼ ਨਹੀਂ ਹੈ। ਕਿਉਂਕਿ ਮੁਸਲਮਾਨ ਜਿਹੜੇ ਨੇ ਉਹ ਰੋਜੇ ਰੱਖਦੇ ਨੇ, ਤੇ ਮੈਂ ਬੇਨਤੀ ਕਰਾਂ ਸਤਿਗੁਰੂ ਮਹਾਰਾਜ ਵੀ ਆਪਣੀ ਪਾਵਨ ਬਾਣੀ ਦੇ ਵਿੱਚ ਰੋਜਿਆਂ ਦਾ ਖਿਆਲ ਦਿੰਦੇ ਨੇ। ਰੋਜਾ, ਕਿਉਂਕਿ ਅੱਜ ਦੇ ਇਸ ਪਾਵਨ ਮੁਬਾਰਕ ਬਚਨ ਦੇ ਵਿੱਚ ਮੁਸਲਮਾਨ ਧਰਮ ਦੇ ਬਹੁਤ ਸਾਰੇ ਸ਼ਬਦ ਇਹੋ ਜਿਹੇ ਨੇ ਜਿਹੜੇ ਆਮ ਅਸੀਂ ਬੋਲ ਚਾਲ ਦੇ ਵਿੱਚ ਨਹੀਂ ਬੋਲਦੇ। ਤੇ ਰੋਜੇ ਦਾ ਅਰਥ ਹੁੰਦਾ ਹੈ ਵਰਤ। ਹਿੰਦੂਆਂ ਦੇ ਵਿੱਚ ਵਰਤ ਰੱਖੇ ਜਾਂਦੇ ਨੇ ਤੇ ਮੁਸਲਮਾਨਾਂ ਦੇ ਵਿੱਚ ਰੋਜੇ ਰੱਖੇ ਜਾਂਦੇ ਨੇ। ਇਸਲਾਮ ਵਿੱਚ ਰੋਜਾ ਰੱਖਣਾ ਜਿਹੜਾ ਹੈ ਉਹ ਬੜਾ ਪੁੰਨ ਦਾ ਕਾਰਜ ਸਮਝਿਆ ਜਾਂਦਾ ਹੈ। ਉਹ ਇਸ ਗੱਲ ਸਮਝਦੇ ਹਾਂ ਵੀ ਇਹ ਪਾਪ ਨਾਸ਼ਕ ਹੈ। ਰੋਜਾ ਰੱਖਣ ਦੇ ਨਾਲ ਮਨੁੱਖ ਦੇ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਤੇ ਇਹ ਰੋਜੇ ਜਿਹੜੇ ਨੇ ਆਮ ਤੌਰ ਤੇ ਰਮਜ਼ਾਨ ਦੇ ਮਹੀਨੇ ਵਿੱਚ ਰੱਖੇ ਜਾਂਦੇ ਨੇ। ਇਸ ਸੰਬੰਧ ਵਿੱਚ ਕਈ ਹਦੀਸਾਂ ਦੇ ਪ੍ਰਮਾਣ ਨੇ ਕਿ ਰਮਜ਼ਾਨ ਦੇ ਮਹੀਨੇ ਵਿੱਚ ਬਹਿਸ਼ਤ ਦੇ ਦਰਵਾਜ਼ੇ ਖੁੱਲੇ ਰਹਿੰਦੇ ਨੇ। ਇਹ ਉਹਨਾਂ ਦੀ ਕੁਰਾਨ ਮਜੀਦ ਦੇ ਅੰਦਰ ਹੈ। ਤੇ ਦੋਜਕ ਦੇ ਬੰਦ ਹੋ ਜਾਂਦੇ ਨੇ। ਸ਼ੈਤਾਨ ਵੀ ਇਸ ਮਹੀਨੇ ਵਿੱਚ ਬੰਧਨ ਵਿੱਚ ਬੰਧਿਆ ਰਹਿੰਦਾ ਹੈ, ਭਾਵ ਸ਼ੈਤਾਨ ਮਨੁੱਖ ਨੂੰ ਤੰਗ ਨਹੀਂ ਕਰਦਾ। ਇਸ ਲਈ ਸਾਰਾ ਵਾਤਾਵਰਨ ਅਧਿਆਤਮਕ ਉੱਨਤੀ ਦੇ ਅਨੁਕੂਲ ਹੁੰਦਾ ਹੈ। ਇਹ ਰੋਜਾ ਰੱਖਣ ਵਾਸਤੇ ਉਹ ਕਹਿੰਦੇ ਨੇ। ਰਮਜ਼ਾਨ ਦੇ ਮਹੀਨੇ ਵਿੱਚ ਹਰ ਮੁਸਲਮਾਨ ਨੂੰ ਨਿਤ ਪ੍ਰਭਾਤ ਫੇਲੇ, ਅਸਲ ਦੇ ਵਿੱਚ ਰੋਜਾ ਰੱਖਣਾ ਕਿਵੇਂ ਹੈ ਵੀ ਮੁਸਲਮਾਨ ਜਿਹੜਾ ਹੈ ਉਹ ਰੋਜ਼ ਨਿਤ ਪ੍ਰਭਾਤ ਫੇਲੇ ਸੂਰਜ ਡੁੱਬਣ ਤੱਕ, ਭਾਵ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਛਕ ਲੈਂਦੇ ਨੇ ਕੁਝ ਨਾ ਕੁਝ।
ਤੇ ਪਰਤ ਕੇ ਸੂਰਜ ਡੁੱਬਣ ਤੋਂ ਬਾਅਦ ਜਿਹੜਾ ਹੈ ਉਹ ਰੋਜ਼ਾ ਖੋਲ੍ਹਦੇ ਨੇ। ਸੂਰਜ ਚੜ੍ਹਨ ਤੋਂ ਲੈ ਕਰਕੇ ਸੂਰਜ ਡੁੱਬਣ ਤੱਕ ਉਹ ਕੁਝ ਨਹੀਂ ਜੇ ਖਾਂਦੇ, ਕਿਸੇ ਅੰਨ ਜਲ ਦਾ ਉਹ ਗ੍ਰਹਿਣ ਨਹੀਂ ਕਰਦੇ। ਤੇ ਕਹਿੰਦੇ ਨੇ ਵਰਤ ਦਾ ਇਹ ਸਿਲਸਿਲਾ ਜਿਹੜਾ ਹੈ ਉਹ ਮਹੀਨਾ ਭਰ ਚੱਲਦਾ ਹੈ ਅਤੇ 10ਵੇਂ ਮਹੀਨੇ ਦੇ ਅੰਦਰ ਚੰਦਰਮੇ ਨੂੰ ਵੇਖ ਕੇ ਇਹਦੀ ਸਮਾਪਤੀ ਕਰਦੇ ਨੇ। ਫਿਰ ਇਹਦੇ ਵਿੱਚ ਰੋਜ਼ੇ ਰੱਖਣ ਦੇ ਵਿੱਚ ਕੁਝ ਛੋਟਾਂ ਵੀ ਨੇ। ਉਹ ਛੋਟਾਂ ਕੀ ਨੇ? ਬਿਮਾਰ ਹੋਣ ਦੇ ਕਾਰਨ ਜਾਂ ਸਫ਼ਰ ਕਰਨ ਵੇਲੇ ਜੇ ਕੋਈ ਵਿਅਕਤੀ ਰੋਜ਼ਾ ਨਾ ਰੱਖ ਸਕੇ ਤੇ ਉਹ ਉਤਨੇ ਦਿਨ ਕਿਸੇ ਹੋਰ ਮਹੀਨੇ ਦੇ ਵਿੱਚ ਉਹ ਰੋਜ਼ੇ ਰੱਖ ਕੇ ਗਿਣਤੀ ਪੂਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਬੱਚੇ, ਗਰਭਵਤੀ ਇਸਤਰੀਆਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਜਿਹੜੀਆਂ ਨੇ ਉਹਨਾਂ ਨੂੰ ਰੋਜ਼ੇ ਰੱਖਣ ਤੋਂ ਛੋਟ ਹੈ। ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਯਹੂਦੀਆਂ ਵਿੱਚ ਰੋਜ਼ਾ ਰੱਖਣ ਦੀ ਪਰੰਪਰਾ ਜਿਹੜੀ ਸੀ ਉਹ ਮੌਜੂਦ ਸੀ। ਇਸਲਾਮ ਵਿੱਚ ਪਹਿਲਾਂ ਯਹੂਦੀਆਂ ਦੀ ਰੋਜ਼ਾ ਪਰੰਪਰਾ ਦੇ ਅਨੁਕਰਨ ਕੀਤਾ ਗਿਆ, ਪਰ ਬਾਅਦ ਵਿੱਚ ਯਹੂਦੀਆਂ ਤੋਂ ਵੱਖ ਹੋਣ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੇ ਮਦੀਨੇ ਵਿੱਚ ਰਮਜ਼ਾਨ ਦੇ ਸਾਰੇ ਮਹੀਨੇ ਇਸ ਲਈ ਰੋਜ਼ੇ ਰੱਖਣ ਦਾ ਵਿਧਾਨ ਜਿਹੜਾ ਸੀ ਉਹ ਬਣਾਇਆ ਗਿਆ। ਇਹ ਮੁਸਲਮਾਨਾਂ ਦਾ ਆਪਣਾ ਜਿਹੜਾ ਹੈ ਉਹ ਗੱਲ ਹੈ। ਤੇ ਭਗਤ ਕਬੀਰ ਜੀ ਜਿਹੜੇ ਨੇ ਉਹ ਇਸੇ ਗੱਲ ਨੂੰ ਊੜ ਕਰਦਿਆਂ ਹੋਇਆਂ ਸਾਡੇ ਸਨਮੁਖ ਇਹ ਗੱਲ ਰੱਖਦੇ ਨੇ ਵੀ ਰੋਜ਼ਾ ਧਰਿਆ ਤੇ ਨਵਾਜ਼ ਗੁਜ਼ਾਰਿਆ ਤੇ ਕਲਮਾ ਪੜਿਆ ਤੈਨੂੰ ਸਵਰਗ ਨਹੀਂ ਮਿਲਣਾ ਜੇਕਰ ਤੇਰਾ ਮਨ ਜਿਹੜਾ ਹੈ ਉਹ ਪਵਿੱਤਰ ਨਹੀਂ ਹੈ। ਸਤਿਗੁਰੂ ਵੀ ਇਸ ਪਾਵਨ ਗੱਲ ਦੀ ਗਵਾਹੀ ਸਾਡੇ ਸਨਮੁਖ ਰੱਖਦੇ ਨੇ। ਕਹਿੰਦੇ ਨੇ ਰੋਜ਼ਾ ਧਰੇ ਮਨਾਵੇ ਅੱਲੋਂ ਸਵਾਦਤ ਜੀ ਸੰਗਾਰੇ। ਹੁਣ ਉਹ ਕਰਦੇ ਕੀ ਆ? ਵੀ ਰੋਜ਼ਾ ਰੱਖਦੇ ਨੇ, ਪਰਮੇਸ਼ਰ ਨੂੰ ਮਨਾਉਂਦੇ ਨੇ, ਪਰ ਸਵਾਦ ਦੇ ਵਾਸਤੇ ਜੀਵਾਂ ਦਾ ਖਾਤਮਾ ਕਰਦੇ ਨੇ। ਬੱਕਰੇ ਆਦਿਕ ਦੀ ਬਲੀ ਦਿੰਦੇ ਨੇ, ਫਿਰ ਉਹਨੂੰ ਬਣਾ ਕੇ ਖਾਂਦੇ ਨੇ ਆਪਣੇ ਸਵਾਦ ਵਾਸਤੇ। ਰੋਜ਼ਾ ਧਰੇ ਮਨਾਵੇ ਅੱਲੋਂ ਸਵਾਦਤ ਜੀ ਸੰਘਾਰੇ, ਆਪਾ ਦੇਖ ਅਵਰ ਨਹੀਂ ਦੇਖੇ ਕਾਹੇ ਕੋ ਚੱਖ ਮਾਰੇ। ਆਪਣੇ ਅੰਦਰ ਝਾਕ ਕੇ ਨਹੀਂ ਵੇਖਦੇ, ਦੂਸਰਿਆਂ ਵੱਲ ਵੇਖਦੇ ਰਹਿੰਦੇ ਨੇ। ਤੇ ਸਤਿਗੁਰ ਕਹਿੰਦੇ ਨੇ ਵੀ ਇਹ ਕੇਵਲ ਝੱਖ ਮਾਰਨ ਦੀ ਗੱਲ ਹੈ। ਕਾਜੀ ਸਾਹਿਬ ਏਕ ਤੂੰ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ, ਖਬਰ ਨਾ ਕਰੇ ਦੀਨ ਕੇ ਬੌਰੇ ਤਾਤੇ ਜਨਮ ਅਲਿਖੈ। ਸਤਿਗੁਰ ਕਹਿੰਦੇ ਨੇ ਖਬਰ ਨਾ ਕਰੇ ਦੀਨ ਕੇ ਬੌਰੇ। ਐ ਮੂਰਖ, ਤੈਨੂੰ ਦੀਨ ਦੀ ਤੇ ਖਬਰ ਨਹੀਂ ਹੈ, ਸਮਝ ਨਹੀਂ ਹੈ। ਜੇ ਤੈਨੂੰ ਦੀਨ ਦੀ, ਧਰਮ ਮਜ਼ਹਬ ਦੀ ਖਬਰ ਨਹੀਂ ਹੈ ਤਾਂ ਤੇ ਜਨਮ ਅਲਿਖ ਹੈ, ਤਾਂ ਤੇ ਤੇਰਾ ਜਨਮ ਜਿਹੜਾ ਹੈ ਲੇਖੇ ਵਿੱਚ ਨਹੀਂ ਹੈ। ਤੇਰਾ ਜਨਮ ਇਵੇਂ ਅਕਾਰਥ ਜਿਹੜਾ ਹੈ ਉਹ ਜਾ ਰਿਹਾ ਹੈ। ਤੇ ਭਗਤ ਕਬੀਰ ਜੀ ਅੱਗੇ ਆਖਦੇ ਨੇ ਸਤਰ ਕਾਬਾ ਘਟ ਹੀ ਪੀਤਰ, ਜੇਕਰ ਜਾਣੈ ਕੋਈ। ਸਤਰ ਦਾ ਮਤਲਬ ਗੁਪਤ, ਕਾਬਾ ਰੱਬ ਦਾ ਘਰ। ਭਗਤ ਕਬੀਰ ਜੀ ਕਹਿੰਦੇ ਨੇ ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿੱਚ ਹੀ ਹੈ। ਮਨੁੱਖ ਦੇ ਦਿਲ ਵਿੱਚ ਹੈ। ਜੇਕਰ ਜਾਣੇ ਕੋਈ, ਜੇਕਰ ਇਸ ਗੱਲ ਨੂੰ ਕੋਈ ਸਮਝ ਲਵੇ, ਇਸ ਗੱਲ ਨੂੰ ਜਿਹੜਾ ਹੈ ਉਹ ਆਪਣੇ ਮਨ ਵਿੱਚ ਵਸਾ ਲਵੇ। ਤੇ ਪ੍ਰਭਾਤੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਹੀ ਪਾਵਨ ਬਚਨ ਅਸੀਂ ਅਕਸਰ ਪੜ੍ਹਦੇ ਹਾਂ। ਭਗਤ ਕਬੀਰ ਜੀ ਪ੍ਰਭਾਤੀ ਰਾਗ ਦੇ ਵਿੱਚ ਕਹਿੰਦੇ ਨੇ ਅੱਲੋ ਏਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ। ਕਿਉਂਕਿ ਮੁਸਲਮਾਨ ਸਮਝਦੇ ਨੇ ਵੀ ਅੱਲਾ ਜਿਹੜਾ ਹੈ ਉਹ ਮਸੀਤ ਵਿੱਚ ਹੈ। ਤੇ ਭਗਤ ਕਬੀਰ ਜੀ ਫਿਰ ਸਵਾਲ ਕਰਦੇ ਨੇ ਅਵਰ ਮੁਲਕ ਕਿਸ ਕੇਰਾ, ਤੇ ਬਾਕੀ ਜਿਹੜਾ ਸਥਾਨ ਹੈ, ਬਾਕੀ ਮੁਲਕ ਹੈ, ਉੱਥੇ ਕੌਣ ਵਸਦਾ ਹੈ? ਹਿੰਦੂ ਮੂਰਤ ਨਾਮ ਨਿਵਾਸੀ ਦੋਹੇ ਮੈਂ ਤਤ ਨਾ ਹੇਰਾ। ਹਿੰਦੂਆਂ ਦੇ ਵਿੱਚ ਉਹ ਕਹਿੰਦੇ ਨੇ ਵੀ ਪਰਮੇਸ਼ਰ ਜਿਹੜਾ ਹੈ, ਰੱਬ ਜਿਹੜਾ ਹੈ, ਰਾਮ ਜਿਹੜਾ ਹੈ ਉਹ ਕੇਵਲ ਤੇ ਕੇਵਲ ਮੰਦਿਰਾਂ ਦੇ ਵਿੱਚ ਵਸਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਵੀ ਦੋਹਾਂ ਦੇ ਗੱਲਾਂ ਦੇ ਵਿੱਚ ਤੱਤ ਖਤਮ ਹੋ ਗਿਆ। ਅੱਲਾ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮਿਹਰ ਮਤ ਸਾਈ। ਰਹਾਓ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਭਗਤ ਕਬੀਰ ਜੀ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਵਾਸਾ, ਵੀ ਜਿਹੜੇ ਹਿੰਦੂ ਨੇ ਕਿਉਂਕਿ ਉਹ ਪਰਮੇਸ਼ਰ ਨੂੰ ਹਰੀ ਕਹਿੰਦੇ ਨੇ, ਕਹਿੰਦੇ ਨੇ ਵੀ ਉਹ ਦੱਖਣ ਵਾਲੇ ਪਾਸੇ ਜਗਨਨਾਥਪੁਰੀ ਦੇ ਵਿੱਚ ਹਰੀ ਦਾ ਵਾਸਾ ਹੈ, ਪੱਛਮ ਅੱਲਾ ਮੁਕਾਮਾ। ਤੇ ਜਿਹੜੇ ਅੱਲਾ ਕਹਿੰਦੇ ਨੇ ਉਹ ਮੁਸਲਮਾਨ ਕਹਿੰਦੇ ਨੇ ਰੱਬ ਨੂੰ, ਪਰਮੇਸ਼ਰ ਨੂੰ, ਕਹਿੰਦੇ ਨੇ ਵੀ ਅੱਲਾ ਦਾ ਮੁਕਾਮ ਟਿਕਾਣਾ ਜਿਹੜਾ ਹੈ ਉਹ ਪੱਛਮ ਵੱਲ ਭਾਵ ਕਾਬੇ ਵਿੱਚ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਦਿਲ ਮੈਂ ਖੋਜ, ਇਸ ਦਿਲ ਦੇ ਵਿੱਚ ਖੋਜ
ਦਿਲੈ ਦਿਲ ਖੋਜੋ ਇਹੀ ਠੌਰ ਮਕਾਮ। ਅਸਲ ਦੇ ਵਿੱਚ ਹਰੇਕ ਹਿਰਦੇ ਦੇ ਅੰਦਰ ਉਹ ਪਰਮੇਸ਼ਰ ਦਾ ਟਿਕਾਣਾ ਹੈ। ਬਸ ਇਹਨੂੰ ਖੋਜ ਕੇ ਇਹਨੂੰ ਵੇਖ ਤੇ ਤੈਨੂੰ ਪਤਾ ਲੱਗ ਜਾਏਗਾ। ਅੱਗੇ ਭਗਤ ਕਬੀਰ ਜੀ ਕਹਿੰਦੇ ਨੇ, ਨਿਵਾਜ ਸੋਈ ਜੋ ਨਿਆਉ ਵਿਚਾਰੈ, ਕਲਮਾ ਅਕਲੈ ਜਾਣੈ। ਭਗਤ ਕਬੀਰ ਜੀ ਕਹਿੰਦੇ ਨੇ, ਜੋ ਮਨੁੱਖ ਨਿਆਂ ਕਰਦਾ ਹੈ ਉਹੀ ਅਸਲ ਦੇ ਵਿੱਚ ਨਿਵਾਜ ਦਾ ਪੜ ਰਿਹਾ ਹੈ। ਨਿਵਾਜ ਸੋਈ ਜੋ ਜੋ ਨਿਆਉ ਵਿਚਾਰੇ, ਜੋ ਨਿਆਂ ਕਰਦਾ ਹੈ। ਇਹ ਨਹੀਂ ਵੀ ਕਾਜੀ ਦੋਸ਼ੀ ਨੂੰ ਮੁਕਤ ਕਰ ਦੇਵੇ ਤੇ ਜਿਹੜਾ ਨਹੀਂ ਦੋਸ਼ੀ ਉਹਨੂੰ ਸਜ਼ਾ ਦੇ ਦੇਵੇ, ਇਹ ਨਿਆਂ ਨਹੀਂ ਹੈ। ਕਹਿਣ ਲੱਗੇ, ਨਿਆਉ ਸੋਈ ਜੋ ਨਿਵਾਜ ਸੋਈ ਜੋ ਨਿਆਉ ਵਿਚਾਰੇ। ਅਸਲ ਦੇ ਵਿੱਚ ਤੇਰੀ ਨਵਾਜ ਉਦੋਂ ਪੂਰੀ ਹੋਊਗੀ ਜਦੋਂ ਤੂੰ ਨਿਆਂ ਕਰੇਗਾ। ਕਲਮਾ ਅਕਲੇ ਜਾਣੇ, ਕਹਿਣ ਲੱਗੇ ਉਸ ਪਰਮੇਸ਼ਰ ਰੱਬ ਨੂੰ ਪਹਿਚਾਣ ਅਕਲ ਦੇ ਨਾਲ, ਤਾਈਓ ਇਹ ਤੇਰੀਆਂ ਕਲਮਾਂ ਹੋਣਗੀਆਂ। ਹੁਣ ਮੁਸਲਮਾਨ ਜਿਹੜਾ ਹੈ ਉਹ ਦਿਨ ਦੇ ਵਿੱਚ 5 ਨਿਵਾਜਾਂ ਉਹ ਹਰ ਰੋਜ਼ ਕਰਦਾ ਹੈ। ਸਵੇਰ ਤੋਂ ਲੈ ਕੇ ਰਾਤ ਤੱਕ, ਆਪਣੇ ਜੀਵਨ ਦੇ ਉੱਠਣ ਤੋਂ ਲੈ ਕੇ ਸੌਣ ਤੱਕ। ਉਹ 5 ਨਮਾਜ਼ਾਂ ਕਿਹੜੀਆਂ ਨੇ? ਫਜਰ, ਜੁਹਰ, ਅਸਰ, ਮਗਰਬ ਤੇ ਇਸ਼ਾ। ਫਜਰ ਜਿਹੜੀ ਹੈ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ, ਇਹਨੂੰ ਆਪਾਂ ਕਹਿ ਦਿੰਦੇ ਉਸ ਵੇਲੇ ਕਰਦੇ ਨੇ। ਜੋਹਰ ਦੀ ਨਮਾਜ਼ ਜਿਹੜੀ ਹੈ ਉਹ ਦੁਪਹਿਰ ਢਲਣ ਤੋਂ ਬਾਅਦ ਕੀਤੀ ਜਾਂਦੀ ਹੈ। ਅਸਰ ਦੀ ਜਿਹੜੀ ਨਮਾਜ਼ ਹੈ ਉਹ ਸੂਰਜ ਡੁੱਬਣ ਤੋਂ 4 ਘੜੀਆਂ ਪਹਿਲਾਂ ਕੀਤੀ ਜਾਂਦੀ ਹੈ। ਮਗਰਬ ਦੀ ਜਿਹੜੀ ਨਮਾਜ਼ ਹੈ, ਚੌਥੀ ਨਮਾਜ਼ ਜਿਹੜੀ ਹੈ, ਉਹ ਜਦੋਂ ਸੂਰਜ ਛਿਪਣ ਵਾਲਾ ਹੁੰਦਾ ਹੈ ਤੇ ਸੂਰਜ ਦੀ ਲਾਲੀ ਆਕਾਸ਼ ਦੇ ਵਿੱਚ ਚਮਕਦੀ ਹੈ, ਉਸ ਵੇਲੇ ਚੌਥੀ ਨਮਾਜ਼ ਹੈ। ਤੇ ਇਸ਼ਾ ਦੀ ਨਮਾਜ਼ ਜਿਹੜੀ ਹੈ ਉਹ ਜਦੋਂ ਰਾਤ 4 ਘੜੀਆਂ ਬੀਤ ਜਾਂਦੀ ਹੈ ਤੇ ਉਸ ਵਕਤ ਇਹ ਨਮਾਜ਼ ਇਸ਼ਾ ਦੀ ਉਹ ਮੁਸਲਮਾਨ ਕਰਦਾ, ਅਖੀਰਲੀ 5ਵੀਂ ਨਮਾਜ਼। ਸਤਿਗੁਰੂ ਮਹਾਰਾਜ ਨੇ ਕਾਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਤੇ ਇਹ ਗੱਲ ਸਮਝਾਇਆ ਵੀ ਤੂੰ ਅਸਲ ਦੇ ਵਿੱਚ 5 ਨਿਵਾਜਾਂ ਮੇਰੇ ਭਾਵ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਕਿਹੜੀਆਂ ਕਰਨੀਆਂ ਨੇ। ਮੈਂ ਸੰਖੇਪ ਵਿੱਚ ਰੱਖਾਂ ਕਿਉਂਕਿ ਸਮਾਂ ਵੀ ਤੇਜ਼ੀ ਨਾਲ ਚੱਲ ਰਿਹਾ ਹੈ। 5 ਨਿਵਾਜਾਂ ਵਕਤ 5, ਪੰਜਾ ਪੰਜੇ ਨਾਉ। ਵੀ ਮੁਸਲਮਾਨ 5 ਨਿਵਾਜਾਂ ਅਦਾ ਕਰਦਾ ਹੈ, ਉਹਦੇ ਵਕਤ ਵੱਖਰੇ ਵੱਖਰੇ 5 ਨੇ ਤੇ ਪੰਜੇ ਪੰਜਾ ਨਾਉ, ਉਹਨਾਂ ਦੇ ਨਾਮ ਵੀ ਵੱਖਰੇ ਵੱਖਰੇ। ਫਜਰ, ਜੋਹਰ, ਅਸਰ, ਮਗਰਬ ਤੇ ਇਸ਼ਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਅਸਲ ਦੇ ਵਿੱਚ 5 ਨਿਵਾਜਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ? ਪਹਿਲਾ ਸੱਚ, ਪਰਮੇਸ਼ਰ ਦੇ ਨਾਲ ਜੁੜਨਾ, ਉਹ ਪਹਿਲੀ ਨਵਾਜ਼। ਹਲਾਲ ਦੋਏ, ਹੱਕ ਹਲਾਲ ਦੀ ਖਾਣੀ, ਕਮਾਈ ਕਿਰਤ ਕਰਨੀ, ਇਹ ਦੂਜੀ। ਤੀਜੀ ਖੈਰ ਖੁਦਾਏ, ਤੀਸਰੀ ਨਵਾਜ਼ ਸਰਬੱਤ ਦਾ ਭਲਾ ਮੰਗਣਾ। ਚੌਥੀ ਨੀਅਤ ਰਾਸ ਮਨ, ਚੌਥੀ ਨਵਾਜ਼ ਜਿਹੜੀ ਹੈ ਨੀਅਤ ਤੇ ਮਨ ਨੂੰ ਰਾਸ ਭਾਵ ਸੱਚਾ ਬਣਾ ਲੈ, ਭਾਵ ਪਵਿੱਤਰ ਬਣਾ ਲੈ, ਇਹਦੇ ਵਿੱਚ ਖੋਟ ਨਾ ਹੋਵੇ ਤੇਰੀ ਨੀਅਤ ਦੇ ਵਿੱਚ, ਤੇਰੇ ਮਨ ਦੇ ਵਿੱਚ। 5ਵੀਂ ਸਿਫਤ ਸੁਣਾਏ, 5ਵੀਂ ਨਵਾਜ਼ ਪਰਮੇਸ਼ਰ ਦੀ ਸਿਫਤ ਕਰਨੀ, ਇਹ ਤੇਰੀ ਹੈ। ਤੇ ਨਾਲ ਕਹਿੰਦੇ ਨੇ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਵੀ ਜੇਕਰ ਤੂੰ ਆਪਣੀ ਕਰਨੀ ਨੂੰ, ਆਪਣੇ ਕਰਮਾਂ ਨੂੰ ਉੱਚਾ ਕਰ ਲਵੇਂਗਾ ਤਾਂ ਮੁਸਲਮਾਨ ਸਦਾਉਣ ਦਾ ਤੈਨੂੰ ਹੱਕਦਾਰ ਹੈ। ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਵੀ ਜੇਕਰ ਤੂੰ ਇਹ ਕੰਮ ਨਹੀਂ ਕਰਦਾ, ਸੱਚ ਦੇ ਨਾਲ ਨਹੀਂ ਜੁੜਦਾ, ਹੱਕ ਹਲਾਲ ਦੀ ਨਹੀਂ ਖਾਂਦਾ, ਕਿਸੇ ਦਾ ਭਲਾ ਨਹੀਂ ਕਰਦਾ, ਆਪਣੀ ਨੀਅਤ ਰਾਸ ਨਹੀਂ ਕਰਦਾ, ਮਨ ਨਹੀਂ ਰਾਸ ਕਰਦਾ, ਸਿਫਤ ਸਲਾਹ ਨਹੀਂ ਕਰਦਾ ਪਰਮੇਸ਼ਰ ਦੀ, ਤੇ ਆਪਣੇ ਆਚਰਣ ਨੂੰ, ਆਪਣੀ ਕਰਨੀ ਨੂੰ ਉੱਚਾ ਨਹੀਂ ਬਣਾਉਂਦਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਨਾਨਕ ਜੀਤੇ ਕੂੜੇਆਰ ਕੂੜੇ ਕੂੜੀ ਪਾਏ। ਵੀ ਸਭ ਕੂੜੇ ਹੀ ਨੇ ਤੇ ਇਸ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਗੱਲ ਸਾਡੇ ਸਨਮੁਖ ਰੱਖਦੇ ਨੇ। ਮਾਰੂ ਰਾਗ ਦੇ ਅੰਦਰ ਕਹਿੰਦੇ ਨੇ ਅਵਲ ਸਿਫਤ, ਅਵਲ ਦਾ ਮਤਲਬ ਪਹਿਲੀ, ਪਰਮੇਸ਼ਰ ਦੀ ਸਿਫਤ, ਇਹ ਪਹਿਲੀ ਨਵਾਜ਼। ਦੂਜੀ ਸਬੂਰੀ, ਸਬੂਰੀ ਦਾ ਮਤਲਬ ਸੰਤੋਖ, ਸੰਦੋਖ ਦਾ ਮਤਲਬ ਹੱਕ ਹਲਾਲ ਦੀ ਕਮਾਈ। ਤੀਜੇ ਹਲੀਮੀ, ਹਲੀਮੀ ਦਾ ਮਤਲਬ ਨਿਮਰਤਾ, ਹੰਕਾਰ ਛੱਡ ਦੇਣਾ। ਚੌਥੇ ਖੈਰੀ, ਸਰਬੱਤ ਦਾ ਭਲਾ ਮੰਨਣਾ, ਚੌਥੇ ਖੈਰੀ ਦਾ ਮਤਲਬ ਭਲਾ ਮੰਗਣਾ। ਪੰਜਵੇਂ ਪੰਜੇ ਇਕਤ ਮੁਕਾਮੈ, ਇਹ 5 ਵਕਤ ਤੇਰੇ ਅਪਰ ਪਰਾ। ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਤੂੰ 5 ਵਿਕਾਰਾਂ ਨੂੰ ਆਪਣੇ ਅਧੀਨ ਕਰ ਲਿਆ। ਪੰਜਵੇਂ ਪੰਜੇ ਇਕਤ ਮੁਕਾਮੈ, ਇਹ 5 ਵਕਤ ਤੇਰੇ ਅਪਰ ਪਰਾ।
ਤੇ ਇਹ ਪੰਜ ਨਵਾਜ਼ਾਂ ਤੇਰੀਆਂ ਉੱਚੀਆਂ ਹੋ ਜਾਵਣਗੀਆਂ ਜੇਕਰ ਤੂੰ ਪੰਜਾਂ ਵਿਕਾਰਾਂ ਨੂੰ ਆਪਣੇ ਅਧੀਨ ਕਰ ਲਏਗਾ। ਅਗਲੀ ਤੁਕ ਦੇ ਵਿੱਚ ਭਗਤ ਕਬੀਰ ਜੀ ਇਹੀ ਗੱਲ ਕਹਿੰਦੇ ਨੇ, ਪੰਚੋ ਮੁਸਲਾ ਬਿਛਾਵੈ ਤਬ ਤਉ ਦੀਨ ਪਛਾਣੈ। ਭਗਤ ਕਬੀਰ ਜੀ ਕਹਿੰਦੇ ਨੇ ਪੰਚੋ, ਪੰਜ ਭਾਵ ਪੰਜ ਠੱਗਣ ਵਾਲੇ ਵਿਕਾਰ, ਇਹਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ। ਪੰਚੋ ਮੁਸੱਲਾ ਵਿਛਾਵੇ, ਕਿਉਂਕਿ ਮੁਸਲਮਾਨ ਜਦੋਂ ਵੀ ਨਵਾਜ਼ ਅਦਾ ਕਰਦਾ ਹੈ ਤੇ ਉਹ ਇੱਕ ਥੱਲੇ ਕੱਪੜਾ ਵਿਛਾਉਂਦਾ, ਉਹਨੂੰ ਮੁਸੱਲਾ ਕਹਿੰਦੇ ਨੇ। ਕਹਿਣ ਲੱਗੇ ਅਸਲ ਦੇ ਵਿੱਚ ਜੇ ਤੂੰ ਪੰਜ ਵਿਕਾਰਾਂ ਨੂੰ ਆਪਣੇ ਅਧੀਨ ਕਰ ਲਿਆ ਤੇ ਇਹ ਮਾਨੋ ਤੇਰਾ ਮੁਸੱਲਾ ਹੋਵੇਗਾ। ਤਬ ਤੋਂ ਦੀਨ ਪਛਾਣੇ, ਤਾਂ ਤੂੰ ਅਸਲ ਦੇ ਵਿੱਚ ਮਜਹਬ ਦੀ ਪਹਿਚਾਣ, ਦੀਨ ਦਾ ਮਤਲਬ ਮਜਹਬ, ਤੂੰ ਮਜਹਬ ਦੀ ਪਹਿਚਾਣ ਜਿਹੜੀ ਹੈ ਉਹ ਕਰ ਲਵੇਂਗਾ। ਤੇ ਅਗਲੀ ਤੁਕ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਖਸਮ ਪਛਾਣ ਤਰਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ। ਖਸਮ ਪਛਾਣ, ਪਰਮੇਸ਼ਰ ਨੂੰ ਪਛਾਣਨਾ, ਤਰਸ ਕਰ ਜੀ ਪੈ, ਜੀਆਂ ਦੇ ਉੱਤੇ ਤਰਸ ਕਰਨਾ, ਮਾਰ ਮਣੀ ਕਰ ਫੀਕੀ, ਆਪਣੇ ਮਨ ਦੇ ਵਿੱਚੋਂ, ਮਣੀ ਦਾ ਮਤਲਬ ਹੰਕਾਰ, ਹੰਕਾਰ ਨੂੰ ਮਾਰ ਕੇ ਨਿਮਰਤਾ ਦੇ ਵਿੱਚ ਲੈ ਕੇ ਆਉਣਾ। ਫਿੱਕੀ ਦਾ ਮਤਲਬ ਇਹਨੂੰ ਆਪਣੇ ਜੀਵਨ ਦੇ ਅੰਦਰ ਨਿਮਰਤਾ ਧਾਰਨ ਕਰ ਲੈਣੀ ਤੇ ਹੰਕਾਰ ਨੂੰ ਮਾਰ ਦੇਣਾ। ਭਗਤ ਕਬੀਰ ਜੀ ਕਹਿੰਦੇ ਨੇ ਫਿਰ ਜਾ ਕੇ ਤੂੰ ਪ੍ਰਵਾਨ ਹੋਵੇਂਗਾ, ਖਸਮ ਨੂੰ ਪਹਿਚਾਣ ਲਵੇਂਗਾ, ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਜਾਣ ਲਵੇਂਗਾ। ਖਸਮ ਪਛਾਣ ਤਾਈਓ ਪਛਾਣੇਗਾ, ਤਰਸ ਕਰ ਜੀ ਮੈਂ, ਜੀਆਂ ਦੇ ਉੱਤੇ ਦਇਆ ਕਰੇਗਾ, ਮਾਰ ਮਣੀ ਕਰ ਫਿੱਕੀ, ਆਪਣੇ ਅੰਦਰੋਂ ਹੰਕਾਰ ਖਤਮ ਕਰ ਲਏਗਾ ਤੇ ਨਿਮਰਤਾ ਦੇ ਵਿੱਚ ਆ ਜਾਏਗਾ। ਆਪ ਜਨਾਏ ਅਵਰ ਕੋ ਜਾਣੈ ਤਬ ਹੋਏ ਪਿਸਤ ਸ਼ਰੀਕੀ। ਆਪ ਜਨਾਏ, ਭਗਤ ਕਬੀਰ ਜੀ ਕਹਿੰਦੇ ਨੇ ਆਪਣੇ ਆਪ ਨੂੰ ਸਮਝ ਲਏਗਾ ਫਿਰ ਹੀ ਤੂੰ ਦੂਸਰੇ ਨੂੰ ਜਾਣੇਗਾ। ਆਪ ਜਨਾਏ, ਆਪਣੇ ਆਪ ਨੂੰ ਸਮਝ ਲਏਗਾ, ਜਨਾਏ ਦਾ ਮਤਲਬ ਸਮਝ ਲੈਣਾ, ਅਵਰ ਕੋ ਜਾਣੇ, ਫਿਰ ਤੂੰ ਦੂਸਰੇ ਨੂੰ ਜਾਣ ਸਕੇਗਾ। ਤਬ ਹੋਏ ਪਿਸਤ ਸ਼ਰੀਕੀ, ਤਦ ਤੂੰ ਪਿਸ਼ ਦਾ ਭਾਈਵਾਲ ਬਣੇਗਾ। ਪਿਸ਼ ਦਾ ਮਤਲਬ ਸਵਰਗ, ਤਾਈਓ ਤੂੰ ਸਵਰਗ ਦੇ ਵਿੱਚ ਜਾਣ ਦਾ ਹੱਕਦਾਰ ਜਿਹੜਾ ਹੈ ਉਹ ਬਣੇਗਾ। ਜੇਕਰ ਤੂੰ ਇਹ ਕੰਮ ਕਰੇਗਾ, ਆਪਣੇ ਆਪ ਨੂੰ ਜਾਣ ਲਏਗਾ ਤੇ ਪਰਤ ਕੇ ਹੋਰਨਾਂ ਨੂੰ ਤਾਈਓ ਤੂੰ ਜਾਣੇਗਾ। ਤੇ ਅਖੀਰਲੇ ਬੰਦ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਮਾਟੀ ਏਕ ਭੇਖ ਧਰ ਨਾਨਾ ਤਾ ਮੈਂ ਬ੍ਰਹਮ ਪਛਾਨਾ। ਭਗਤ ਕਬੀਰ ਜੀ ਕਹਿੰਦੇ ਨੇ ਮਾਟੀ ਏਕ, ਮਾਟੀ ਦਾ ਮਤਲਬ ਮਿੱਟੀ, ਮਿੱਟੀ ਇੱਕ ਹੈ। ਭੇਖ ਕਰ ਨਾਨਾ, ਨਾਨਾ ਦਾ ਮਤਲਬ ਅਨੇਕਾਂ, ਉਸ ਪਰਮੇਸ਼ਰ ਨੇ ਇੱਕੋ ਹੀ ਮਿੱਟੀ ਤੋਂ ਬਹੁਤ ਸਾਰੇ ਅਨੇਕ ਵੇਸ ਧਾਰਨ ਕਰਕੇ ਜੀਵ ਪੈਦਾ ਕਰ ਦਿੱਤੇ। ਤਾਂ ਮੈਂ ਬ੍ਰਹਮ ਪਛਾਨਾ, ਇਹਨਾਂ ਭੇਸਾਂ ਦੇ ਵਿੱਚ ਹੀ ਤੂੰ ਰੱਬ ਨੂੰ ਜਿਹੜਾ ਹੈ ਉਹ ਪਛਾਨਣਾ ਹੈ, ਤਾਈਓ ਤੂੰ ਭਿਸਤ ਦਾ ਹੱਕਦਾਰ ਜਿਹੜਾ ਉਹ ਹੋਵੇਗਾ। ਮਾਟੀ ਏਕ ਭੇਖ ਧਰ ਨਾਨਾ ਤਾਂ ਮੈਂ ਬ੍ਰਹਮ ਪਛਾਣਾ, ਤੂੰ ਇਹਨਾਂ ਦੇ ਵਿੱਚੋਂ ਬ੍ਰਹਮ ਨੂੰ ਪਛਾਣਨਾ, ਜਿਹੜੀ ਤਮਾਮ ਜੀਵਨ ਇਹਨਾਂ ਦੇ ਵਿੱਚੋਂ ਅਕਾਲ ਪੁਰਖ ਨੂੰ ਪਛਾਣਨਾ ਹੈ। ਪ੍ਰਭਾਤੀ ਰਾਗ ਦੇ ਵਿੱਚ ਭਗਤ ਕਬੀਰ ਜੀ ਹੀ ਇਹ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕਛ ਪੂਛ ਮਾਟੀ ਕੇ ਭਾਂਡੇ ਨਾ ਕਛ ਭੋਚ ਕੁੰਭਾਰੇ। ਸਭ ਮੈਂ ਸਾਚਾ ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਿਛ ਹੋਈ। ਭਗਤ ਕਬੀਰ ਜੀ ਸਾਡੇ ਸ਼ੰਕੇ ਨਿਵਰਤ ਕਰ ਦਿੰਦੇ ਨੇ, ਕਹਿੰਦੇ ਨੇ ਵੀ ਮਿੱਟੀ ਇੱਕ ਹੈ, ਉਤੋਂ ਅਨੇਕਾਂ ਹੀ ਜੀਵ ਜਿਹੜੇ ਨੇ ਉਹ ਪੈਦਾ ਹੋਏ ਨੇ, ਉਸ ਮਾਲਕ ਨੇ ਸਾਜੇ ਹੋਏ ਨੇ, ਨਾ ਤੇ ਉਸ ਮਿੱਟੀ ਦੇ ਵਿੱਚ ਕੋਈ ਕਮੀ ਹੈ, ਨਾ ਉਹਦੇ ਸਾਜੇ ਹੋਏ ਭਾਂਡਿਆਂ ਦੇ ਵਿੱਚ ਕੋਈ ਕਮੀ ਹੈ। ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੇ, ਨਾ ਉਹਨੂੰ ਭਾਂਡਿਆਂ ਨੂੰ ਸਾਜਣ ਵਾਲੇ ਪਰਮੇਸ਼ਰ ਦੇ ਵਿੱਚ ਕੋਈ ਕਮੀ ਹੈ। ਸਭ ਮੈਂ ਸੱਚਾ ਇੱਕੋ ਸੋਈ, ਸਾਰਿਆਂ ਦੇ ਵਿੱਚ ਉਹ ਮਾਲਕ ਜਿਹੜਾ ਹੈ ਇੱਕ ਵਸਿਆ ਹੋਇਆ ਹੈ। ਤਿਸ ਕਾ ਕੀਆ ਸਭ ਕੁਝ ਹੋਈ, ਉਹ ਜੋ ਕਰਦਾ ਹੈ ਉਹੀ ਸੰਸਾਰ ਦੇ ਵਿੱਚ ਹੁੰਦਾ। ਤਿਸ ਕਾ ਕੀਆ ਸਭ ਕੁਝ ਹੋਈ, ਉਹਦਾ ਕੀਤਾ ਹੋਏ ਸਾਰਾ ਕੁਝ ਹੋ ਰਿਹਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਮਿੱਟੀ ਇੱਕ ਹੈ, ਉਹ ਅਨੇਕਾਂ ਦੀ ਦਿੱਖ ਬਣਾ ਕਰਕੇ ਉਹਨੇ ਰੱਖੇ ਹੋਏ ਨੇ, ਉਹਦੇ ਵਿੱਚੋਂ ਬ੍ਰਹਮ ਨੂੰ ਪਛਾਨਣਾ ਹੈ। ਤੇ ਭਗਤ ਕਬੀਰ ਜੀ ਕਹਿਣ ਲੱਗੇ ਵੀ ਜੇ ਤੇ ਤੂੰ ਪਹਿਚਾਣ ਲਵੇਂਗਾ,
ਫਿਰ ਤੇ ਤੂੰ ਭਿਸਤ ਦਾ ਭਾਵ ਸਵਰਗ ਦਾ ਹੱਕਦਾਰ ਬਣ ਜਾਏਗਾ, ਕਿਉਂਕਿ ਉਹ ਸਵਰਗ ਤੇ ਨਰਕ ਨੂੰ ਮੰਨਦੇ ਸਨ, ਕਾਜੀ ਲੋਕ, ਮੁਸਲਮਾਨ ਲੋਕ। ਤੇ ਅਖੀਰ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਕਹੇ ਕਬੀਰਾ ਭਿਸਤ ਛੋੜ ਕਰ, ਦੋਜਕ ਸਿਉ ਮਨ ਮਾਨਾ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਐ ਕਾਜੀ, ਭਿਸਤ ਛੋੜ ਕਰ, ਤੂੰ ਸਵਰਗ ਨੂੰ ਛੱਡ ਕਰਕੇ ਤੂੰ ਤੇ ਦੋਜਕ ਦੇ ਨਾਲ ਆਪਣਾ ਮਨ ਲਗਾਈ ਬੈਠਾ ਹੈ। ਭਾਵ ਵੀ ਜਿਹੜੇ ਕੰਮ ਤੇਰੇ ਨੇ ਨਾ, ਉਹ ਤੇਰੇ ਕੰਮ ਜਿਹੜੇ ਨੇ ਨਾ, ਉਹ ਦੋਜਕ ਵਾਲੇ ਹੀ ਆ ਸਾਰੇ। ਇਹਦਾ ਮਤਲਬ ਇਹ ਹੋਇਆ ਵੀ ਤੂੰ ਦੋਜਕ, ਭਾਵ ਤੂੰ ਜਿਹੜਾ ਹੈ ਨਰਕ ਦੇ ਨਾਲ ਆਪਣਾ ਮਨ ਜਿਹੜਾ ਹੈ ਉਹ ਲਗਾ ਕੇ ਬੈਠਾ ਹੋਇਆ ਹੈ, ਕਿਉਂਕਿ ਕਾਜੀ ਦੇ ਕੰਮ ਜਿਹੜੇ ਸਨ ਨਾ, ਉਹ ਅਸਲ ਦੇ ਵਿੱਚ ਸਹੀ ਨਹੀਂ ਸਨ। ਕਾਜੀ ਆਪਣੇ ਜੀਵਨ ਦੇ ਅੰਦਰ ਜੋ ਵੀ ਕਰਦਾ ਸੀ ਉਹਨੂੰ ਸੱਚ ਨਹੀਂ ਸੀ ਮੰਨਦਾ, ਪਰਮੇਸ਼ਰ ਨੂੰ ਜਿਹੜਾ ਉਹਦੇ ਉੱਤੇ ਭਰੋਸਾ ਨਹੀਂ ਸੀ ਕਰਦਾ। ਜੋ ਪਾਵਨ, ਇਸ ਪਾਵਨ ਬਚਨ ਦੇ ਅੰਦਰ ਭਗਤ ਕਬੀਰ ਜੀ ਨੇ ਸਮੁੱਚੇ ਪਾਵਨ ਬਚਨ ਦੇ ਵਿੱਚ ਸਾਡੇ ਸਨਮੁਖ ਰੱਖਿਆ ਹੈ ਬਈ ਕਾਜੀ ਜਿਹੜਾ ਹੈ ਉਹ ਰਾਜਸੀ ਤਾਕਤ ਦੇ ਵਿੱਚ ਹੰਕਾਰੀ ਹੋਇਆ ਹੈ। ਦੂਜੀ ਗੱਲ ਕਹਿ ਦਿੱਤੀ ਬਈ ਉਹ ਕਾਜੀ ਜਿਹੜਾ ਹੈ ਬਾਹਰੀ ਤੌਰ ਤੇ ਰੋਜੇ ਵੀ ਰੱਖਦਾ ਹੈ, ਨਿਵਾਜਾਂ ਵੀ ਗੁਜ਼ਾਰਦਾ ਹੈ, ਪਰ ਉਹਦੇ ਉੱਤੇ ਉਹਨੂੰ ਭਰੋਸਾ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ, ਭਗਤ ਕਬੀਰ ਜੀ ਨੇ ਪਾਵਨ ਬਾਣੀ ਦੇ ਅੰਦਰ ਉਸ ਕਾਜੀ ਨੂੰ ਸੰਬੋਧਨ ਕਰਕੇ ਇਹੀ ਗੱਲ ਸਮਝਾਈ ਹੈ ਵੀ ਤੂੰ ਜੋ ਕਰਮ ਧਰਮ ਦੇ ਕਰਦਾ ਹੈ ਉਹਦੇ ਉੱਤੇ ਯਕੀਨ ਕਰ, ਆਪਣੇ ਜੀਵਨ ਦੇ ਅੰਦਰ ਚੰਗੇ ਗੁਣ, ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣ ਜਦੋਂ ਤੂੰ ਪੈਦਾ ਕਰੇਗਾ, ਤਾਈਓ ਤੂੰ ਮਾਲਕ ਪਰਮੇਸ਼ਰ ਦੇ ਨਜ਼ਦੀਕ ਜਾਏਗਾ। ਉਹਨਾਂ ਦੇ ਕਹਿਣ ਦੇ ਮੁਤਾਬਕ ਸਵਰਗ ਭਿਸਤ ਦੇ ਵਿੱਚ ਤਾਈਓ ਤੂੰ ਹੱਕਦਾਰ ਬਣੇਗਾ। ਜੇਕਰ ਤੂੰ ਆਪਣੇ ਜੀਵਨ ਦੇ ਅੰਦਰ ਨਿਆਂ ਨਹੀਂ ਕਰਦਾ, ਦਇਆ ਨਹੀਂ ਕਰਦਾ, ਤੂੰ ਆਪਣੇ ਜੀਵਨ ਦੇ ਅੰਦਰ ਹੰਕਾਰ ਨਹੀਂ ਛੱਡਦਾ, ਆਪੇ ਦੀ ਪਹਿਚਾਣ ਨਹੀਂ ਜੇ ਕਰਦਾ, ਤੇ ਭਗਤ ਕਬੀਰ ਜੀ ਕਹਿਣ ਲੱਗੇ ਫਿਰ ਤੇ ਤੈਨੂੰ ਦੋਜਕ ਭਾਵ ਨਰਕ ਜਿਹੜਾ ਹੈ ਉਹੀ ਮਿਲੇਗਾ, ਤੇਰਾ ਤੇ ਮਨ ਉਹਦੇ ਨਾਲ ਹੀ ਜੁੜਿਆ ਹੋਇਆ ਹੈ। ਭਗਤ ਕਬੀਰ ਜੀ ਨੇ ਕਾਜੀ ਨੂੰ ਸੰਬੋਧਨ ਕਰਕੇ ਜਿੱਥੇ ਇਹ ਗੱਲ ਕਹੀ ਹੈ, ਉੱਥੇ ਸਾਨੂੰ ਵੀ ਸਾਰਿਆਂ ਨੂੰ ਆਪਣੇ ਜੀਵਨ ਦੇ ਅੰਦਰ ਧਰਮ ਦੇ ਅਨੁਸਾਰ ਜੋ ਅਸੀਂ ਸ਼ੁਭ ਕਰਮ ਕਰਨੇ ਨੇ, ਚੰਗੇ ਕਰਮ ਕਰਨੇ ਨੇ, ਤੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਹੈ, ਉਹਦੀ ਗੱਲ ਸਾਡੇ ਸਨਮੁਖ ਹੀ ਹੈ। ਸਤਿਗੁਰ ਕਿਰਪਾ ਕਰਨ, ਜੋ ਭਗਤ ਕਬੀਰ ਜੀ ਕਾਜੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਉਹ ਸਾਡੇ ਧਰਮ ਦੇ ਅਨੁਸਾਰ ਅਸੀਂ ਵੀ ਸ਼ੁਭ ਗੁਣ ਕਰਨ ਲਈਏ, ਫਿਰ ਜੀਵਨ ਸੁਹੇਲਾ ਹੋ ਜਾਏਗਾ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।